ਆਪ ਸਭ ਦਾ ਸਵਾਗਤ ਹੈ ਜੈਮ ਸਟੱਡੀ ਚੈਨਲ 'ਤੇ। ਹੋਪ ਯੂ ਆਰ ਆਲ ਆਰ ਡੂਇੰਗ ਵੈਲ ਐਂਡ ਬਹੁਤ ਸਮਾਂ ਹੋ ਗਿਆ ਕਿ ਮੈਂ ਵਿਸ਼ਵ ਯੋਧਾ ਜਿਹੜਾ ਕਰਵਾ ਰਹੀ ਸੀ ਅਤੇ ਉਸ ਦਾ ਦੂਸਰਾ ਜਿਹੜਾ ਪਾਰਟ ਆ ਉਹ ਅਪਲੋਡ ਨਹੀਂ ਕੀਤਾ ਗਿਆ ਸੀ ਕੁਝ ਕਾਰਨਾਂ ਦੇ ਕਰਕੇ। ਸੋ ਅੱਜ ਦੁਬਾਰਾ ਜਿਹੜਾ ਆਪਾਂ ਦੂਸਰਾ ਵਿਸ਼ਵ ਯੋਧਾ ਜਿੱਥੋਂ ਛੱਡਿਆ ਸੀ ਉੱਥੋਂ ਹੀ ਸਟਾਰਟ ਕਰ ਰਹੇ ਹਾਂ। ਇਸ ਤੋਂ ਪਹਿਲਾਂ ਜਿਹੜਾ ਦੂਸਰਾ ਵਿਸ਼ਵ ਯੋਧਾ ਉਸ ਦਾ ਪਾਰਟ 1 ਬਣ ਚੁੱਕਿਆ ਹੈ, ਤਾਂ ਉਸ ਦਾ ਲਿੰਕ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਵੇਗਾ। ਤਾਂ ਇੱਕ ਰਿਕੁਐਸਟ ਆ, ਜਿਨ੍ਹਾਂ ਵਿਦਿਆਰਥੀਆਂ ਨੇ ਅਜੇ ਤੱਕ ਪਾਰਟ 1 ਨਹੀਂ ਦੇਖਿਆ ਤਾਂ ਪਲੀਜ਼ ਉਸ ਨੂੰ ਜ਼ਰੂਰ ਦੇਖ ਲੈਣ, ਅਤੇ ਜੋ ਵਰਲਡ ਵਾਰ ਫਸਟ ਹੈ ਸਭ ਤੋਂ ਪਹਿਲਾਂ ਉਸ ਨੂੰ ਅਟੈਂਪਟ ਕਰਨ, ਉਸ ਤੋਂ ਬਾਅਦ ਹੀ ਪਾਰਟ 1 ਆ ਜਿਹੜਾ ਦੇਖਣ, ਤਾਂ ਜੋ ਤੁਸੀਂ ਲਿੰਕੇਜ ਕਰਕੇ ਜਿਹੜੀ ਵੀਡੀਓ ਆ ਉਸ ਨੂੰ ਦੇਖ ਸਕੋ ਅਤੇ ਪੜ੍ਹ ਸਕੋ, ਤਾਂ ਜੋ ਤੁਸੀਂ ਈਜ਼ੀਲੀ ਜਿਹੜਾ ਤੁਹਾਨੂੰ ਕੌਨਸੈਪਟ ਆ ਕਲੀਅਰ ਹੋ ਸਕੇ। ਸੋ ਬਹੁਤੀ ਦੇਰ ਨਾ ਲਗਾਉਂਦੇ ਹੋਏ ਆਪਾਂ ਜਿਹੜੀ ਕਲਾਸ ਸ਼ੁਰੂ ਕਰਾਂਗੇ। ਉਸ ਤੋਂ ਪਹਿਲਾਂ ਇੱਕ ਹੋਰ ਜ਼ਰੂਰੀ ਰਿਕੁਐਸਟ ਆ ਤੁਹਾਨੂੰ ਕਿ ਜੋ ਚੈਨਲ ਆ ਉਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਆ ਜਿਹੜੇ ਕਰਵਾਓ, ਤਾਂ ਜੋ ਆਪਾਂ ਐਲੀਜੀਬਲ ਹੋ ਸਕੀਏ ਕਿ ਤੁਹਾਡੀ ਜਿਹੜੀ ਲਾਈਵ ਕਲਾਸ ਆ ਉਸ ਨੂੰ ਸਟਾਰਟ ਕਰ ਸਕੀਏ, ਜੋ ਕਿ ਸਿਰਫ ਤੁਹਾਡੇ ਜਿਹੜੇ ਯੋਗਦਾਨ ਸਦਕੇ ਹੀ ਪੋਸੀਬਲ ਆ। ਸੋ ਸਟਾਰਟ ਕਰਦੇ ਹਾਂ ਆਪਾਂ ਅੱਜ ਦੀ ਕਲਾਸ। ਹਾਂਜੀ, ਇਸ ਵੀਡੀਓ ਦੇ ਵਿੱਚ ਆਪਾਂ ਪੜ੍ਹਾਂਗੇ ਦੂਸਰੇ ਵਿਸ਼ਵ ਯੁੱਧ ਦੇ ਆਰੰਭ ਬਾਰੇ, ਅਤੇ ਉਸ ਦੇ ਦੌਰਾਨ ਕਿਹੜੀਆਂ ਘਟਨਾਵਾਂ ਹੋਈਆਂ ਅਤੇ ਉਹਨਾਂ ਘਟਨਾਵਾਂ ਦੇ ਦੌਰਾਨ ਕਿਹੜਾ ਜਿਹੜਾ ਨੁਕਸਾਨ ਆ ਵੱਖ-ਵੱਖ ਦੇਸ਼ਾਂ ਨੂੰ ਝੇਲਣਾ ਪਿਆ। ਸੋ ਸਟਾਰਟ ਕਰਦੇ ਹਾਂ ਆਪਾਂ। ਸਟਾਰਟਿੰਗ ਹੈ ਜੀ ਦੂਸਰੇ ਵਿਸ਼ਵ ਯੁੱਧ ਦਾ ਆਰੰਭ। ਪੋਲੈਂਡ 'ਤੇ ਆਕਰਮਣ। ਪੋਲੈਂਡ 'ਤੇ ਹਮਲਾ ਕਰਤਾ ਜਰਮਨੀ ਨੇ। ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਤੁਸ਼ਟੀਕਰਨ ਦੀ ਜਿਹੜੀ ਨੀਤੀ ਅਪਣਾਈ ਗਈ ਸੀਗੀ, ਜਿਹਦੇ ਵਿੱਚ ਜਿਹੜੇ ਸ਼ਕਤੀਸ਼ਾਲੀ ਦੇਸ਼ ਸੀ ਉਹ ਕੁਛ ਵੀ ਨਹੀਂ ਕਹਿ ਰਹੇ ਸੀ। ਜਦੋਂ ਜਰਮਨੀ ਸੀ ਵੱਖ-ਵੱਖ ਇਲਾਕਿਆਂ ਨੂੰ ਜਿੱਤਦਾ ਆ ਰਿਹਾ ਸੀ, ਤਾਂ ਉਸਨੇ ਪੋਲੈਂਡ ਆ ਜਿਹੜਾ ਉਹਦੇ ਉੱਪਰ ਵੀ ਹਮਲਾ ਕਰ ਦਿੱਤਾ। ਪਹਿਲੇ ਵਿਸ਼ਵ ਯੁੱਧ ਬਾਅਦ ਪਰਸ਼ੀਆ ਨੂੰ ਜਰਮਨੀ ਤੋਂ ਅਲੱਗ ਕੀਤਾ ਗਿਆ ਸੀ। ਜਿਹੜਾ ਪਰਸ਼ੀਆ ਸੀਗਾ ਉਹ ਜਰਮਨੀ ਦਾ ਇੱਕ ਭਾਗ ਸੀਗਾ, ਇੱਕ ਹਿੱਸਾ ਸੀ, ਜਿਹਨੂੰ ਕਿ ਜਦੋਂ ਪਹਿਲਾ ਵਿਸ਼ਵ ਯੁੱਧ ਸਮਾਪਤ ਹੋ ਜਾਂਦਾ ਉਸ ਤੋਂ ਬਾਅਦ ਪਰਸ਼ੀਆ ਨੂੰ ਜਰਮਨੀ ਤੋਂ ਅਲੱਗ ਕਰ ਦਿੰਦੇ ਆ। ਹਿਟਲਰ ਸੀਗਾ ਜਿਹੜਾ, ਉਹਨੂੰ ਪਾਉਣ ਦੇ ਲਈ ਹੀ ਇਹਨਾਂ ਨੇ ਪੋਲੈਂਡ 'ਤੇ ਜਿਹੜਾ ਹਮਲਾ ਕੀਤਾ ਸੀ। ਹਿਟਲਰ ਨੇ ਡੇਜ਼ਿੰਗ ਨੂੰ ਵਾਪਸ ਕਰਨ ਦੀ ਜਿਹੜੀ ਮੰਗ ਆ ਬ੍ਰਿਟੇਨ ਨੂੰ ਕਰਨੀ ਸ਼ੁਰੂ ਕਰ ਦਿੱਤੀ ਕਿ ਜਿਹੜਾ ਉਹਨਾਂ ਦਾ ਡੇਜ਼ਿੰਗ ਦਾ ਇਲਾਕਾ ਗਾ ਜਰਮਨੀ ਨੂੰ ਵਾਪਸ ਕੀਤਾ ਜਾਵੇ। ਪਰ ਜਿਹੜਾ ਬ੍ਰਿਟੇਨ ਸੀਗੀ ਉਸਨੇ ਜਰਮਨੀ ਦੀ ਇਸ ਮੰਗ ਨੂੰ ਠੁਕਰਾ ਦਿੱਤਾ, ਕਿਉਂਕਿ ਜਿਹੜਾ ਜਰਮਨੀ ਸੀ ਉਹ ਵੱਖ-ਵੱਖ ਦੇਸ਼ਾਂ ਨੂੰ ਆਪਦੇ ਅਧੀਨ ਕਰਦਾ ਆ ਰਿਹਾ ਸੀ, ਅਤੇ ਉਸਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਹੜਾ ਬ੍ਰਿਟੇਨ ਆ ਉਹਨੂੰ ਉਹ ਡੇਜ਼ਿੰਗ ਦਾ ਇਲਾਕਾ ਵੀ ਜਿਹੜਾ ਉਹ ਦੇ ਦੇਊਗਾ, ਪਰ ਅਜਿਹਾ ਨਾ ਹੋਇਆ। ਫਿਰ ਕੀ ਹੋਇਆ, 1 ਸਤੰਬਰ 1939 ਨੂੰ ਜਰਮਨ ਸੈਨਾਵਾਂ ਨੇ ਜਿਹੜੀਆਂ ਉਹ ਪੋਲੈਂਡ ਚਲੀਆਂ ਗਈਆਂ ਉਸ 'ਤੇ ਕਬਜ਼ਾ ਕਰਨ ਦੇ ਲਈ। 3 ਸਤੰਬਰ ਨੂੰ ਬ੍ਰਿਟੇਨ ਅਤੇ ਫਰਾਂਸ ਨੇ ਜਿਹੜਾ ਜਰਮਨੀ ਦੇ ਵਿਰੁੱਧ ਯੁੱਧ ਦੀ ਘੋਸ਼ਣਾ ਕਰ ਦਿੱਤੀ। ਜਦੋਂ 1 ਸਤੰਬਰ 1939 ਨੂੰ ਜਰਮਨੀ ਦੀਆਂ ਸੈਨਾਵਾਂ ਸੀ ਜਿਹੜੀਆਂ ਪੋਲੈਂਡ ਪਹੁੰਚ ਗਈਆਂ, ਤਾਂ ਉਸ ਤੋਂ ਬਾਅਦ 2 ਦਿਨ ਹੀ ਬਾਅਦ ਜਿਹੜਾ 3 ਸਤੰਬਰ 1939 ਨੂੰ ਬ੍ਰਿਟੇਨ ਪਲੱਸ ਫਰਾਂਸ ਨੇ ਜਰਮਨੀ ਦੇ ਵਿਰੁੱਧ ਯੁੱਧ ਦੀ ਘੋਸ਼ਣਾ ਕਰਤੀ ਸੀ। ਜਿਹੜੀਆਂ ਡੇਟਸ ਹੋਣਗੀਆਂ ਇਹਨਾਂ ਨੂੰ ਧਿਆਨ ਦੇ ਨਾਲ ਕਰਦੇ ਜਾਓ ਅਤੇ ਆਪਣੇ ਜਿਹੜੇ ਨਾਲ ਦੀ ਨਾਲ ਨੋਟਬੁੱਕ 'ਤੇ ਜਿਹੜਾ ਨੋਟ ਕਰਦੇ ਜਾਓ, ਕਿਉਂਕਿ ਕਈ ਡੇਟਸ ਆ ਜਿਹੜੀਆਂ ਇਹਦੇ ਵਿੱਚ ਮੈਨਸ਼ਨ ਕੀਤੀਆਂ ਗਈਆਂ ਇਸ ਲੈਕਚਰ ਦੇ ਵਿੱਚ। ਜਿਹੜੀ ਇਹ 3 ਸਤੰਬਰ 1939 ਵਿੱਚ ਯੁੱਧ ਦੀ ਘੋਸ਼ਣਾ ਕਰੀ ਸੀ, ਵਾਸਤਵਿਕ ਵਿੱਚ ਜੇ ਆਪਾਂ ਗੱਲ ਕਰੀਏ ਇਹਨਾਂ ਦੀ ਕੋਈ ਲੜਾਈ ਨਹੀਂ ਸੀਗੇ, ਕੋਈ ਉਹਨਾਂ ਨੇ ਹਮਲਾ ਕਰਤਾ ਨਹੀਂ, ਵੈਸੇ ਹੀ ਆਪਾਂ ਕਹਿ ਦਈਏ ਗੱਲਾਂ ਦੇ ਨਾਲ ਕਹਿ ਦਈਏ ਹੈ ਨਾ, ਕੋਈ ਲੜਾਈ ਕਰਦੇ ਰਹੇ। ਤਾਂ ਸਤੰਬਰ 1939 ਤੋਂ ਲੈ ਕੇ ਅਪ੍ਰੈਲ 1940 ਤੱਕ ਆ ਜਿਹੜੀ ਇਹ ਲੜਾਈ ਹੈ ਜਿਹੜੀ ਚੱਲੀ। ਜਰਮਨੀ ਦੁਆਰਾ ਨਾਰਵੇ ਅਤੇ ਡੈਨਮਾਰਕ ਦੇ ਇਲਾਕਿਆਂ 'ਤੇ ਹਮਲੇ ਕੀਤੇ ਗਏ ਇਸ ਲੜਾਈ ਦੇ ਦੌਰਾਨ। ਇਸ ਯੁੱਧ ਨੂੰ ਨਕਲੀ ਯੁੱਧ ਵੀ ਕਿਹਾ ਜਾਂਦਾ। ਤਾਂ ਕਈ ਵਾਰ ਕੁਐਸਚਨ ਆ ਜਾਂਦਾ ਨਕਲੀ ਯੁੱਧ ਆ ਜਿਹੜਾ ਕਿੰਨੇ ਟਾਈਮ ਤੋਂ ਕਿੰਨੇ ਟਾਈਮ ਤੱਕ ਚੱਲਿਆ, ਤਾਂ ਸਤੰਬਰ 1939 ਤੋਂ ਅਪ੍ਰੈਲ 1940 ਤੱਕ ਚੱਲਿਆ ਸੀ, ਅਤੇ ਇਸ ਨੂੰ ਫੌਨੀ ਵਾਰ ਵੀ ਜਿਹੜਾ ਇੰਗਲਿਸ਼ ਦੇ ਵਿੱਚ ਕਿਹਾ ਜਾਂਦਾ। 9 ਅਪ੍ਰੈਲ ਨੂੰ ਨਾਰਵੇ ਅਤੇ ਡੈਨਮਾਰਕ 'ਤੇ ਹਮਲਾ ਜਿਹੜਾ ਕੀਤਾ ਸੀਗਾ ਜਰਮਨੀ ਨੇ, ਇਹ 3 ਹਫ਼ਤਿਆਂ 'ਚ ਇਹਨੇ ਦੇ ਉੱਪਰ ਕਬਜ਼ਾ ਵੀ ਕਰ ਲਿਆ, ਕਿਉਂਕਿ ਉਸ ਸਮੇਂ ਜਰਮਨੀ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਹੋ ਚੁੱਕਿਆ ਸੀ, ਅਤੇ ਹਿਟਲਰ ਇਸ ਤਰ੍ਹਾਂ ਹਮਲਾ ਕਰਦਾ ਸੀ ਕਿ ਜਿਹੜੀ ਸੈਨਾ ਸੀ ਉਸਦੀ ਸਾਰੀ ਇਕੱਠੀ ਸੈਨਾ ਲੈ ਜਾਂਦਾ ਸੀ ਇੱਕ ਕੰਟਰੀ ਦੇ ਵਿੱਚ, ਅਤੇ ਇੱਕੋ ਦਮ ਹੀ ਯੋਧਾ ਜਿਹੜਾ ਕਰ ਦਿੰਦਾ ਸੀ, ਜਿਹਦੇ ਨਾਲ ਕਿ ਉਹਨੂੰ ਜਿੱਤ ਬਹੁਤ ਜ਼ਿਆਦਾ ਆਸਾਨੀ ਨਾਲ ਮਿਲ ਜਾਂਦੀ ਸੀਗੀ। ਅਤੇ ਇਸ ਤਰ੍ਹਾਂ ਇਸਨੇ ਨਾਰਵੇ ਅਤੇ ਡੈਨਮਾਰਕ ਦੇ ਜਿਹੜੇ
ਇਲਾਕਿਆਂ 'ਤੇ ਹਮਲਾ ਕੀਤਾ ਸੀਗਾ ਫੌਨੀ ਵਾਰ ਦੇ ਦੌਰਾਨ, ਜਾਂ ਆਪਾਂ ਕਹੀਏ ਨਕਲੀ ਯੁੱਧ ਦੇ ਦੌਰਾਨ, ਉਹਨਾਂ 'ਤੇ ਵੀ 3 ਹਫ਼ਤਿਆਂ ਦੇ ਵਿੱਚ ਇਹਨੇ ਕਬਜ਼ਾ ਕਰ ਲਿਆ ਸੀ। ਫਿਰ ਫਰਾਂਸ 'ਤੇ ਹਮਲਾ ਕੀਤਾ ਇਸਨੇ 14 ਜੂਨ 1940 ਨੂੰ ਪੈਰਿਸ ਸ਼ਹਿਰ ਜਰਮਨ ਦੇ ਹੱਥਾਂ ਗਿਆ। ਜਦੋਂ ਫਰਾਂਸ ਉੱਪਰ ਜਰਮਨ ਨੇ 14 ਜੂਨ 1940 ਨੂੰ ਹਮਲਾ ਕੀਤਾ ਤਾਂ ਉੱਥੋਂ ਦਾ ਜਿਹੜਾ ਪੈਰਿਸ ਸ਼ਹਿਰ ਆ ਉਹ ਜਰਮਨ ਦੇ ਹੱਥਾਂ ਵਿੱਚ ਆ ਗਿਆ। 22 ਜੂਨ 1940 ਨੂੰ ਫਰਾਂਸ ਸਰਕਾਰ ਦਾ ਆਤਮ ਸਮਰਪਣ ਆ ਜਿਹੜਾ ਦੇਖਣ ਨੂੰ ਮਿਲਿਆ। ਅਤੇ ਇਸ ਤਰ੍ਹਾਂ ਜਦੋਂ ਉਸਨੇ ਪੈਰਿਸ ਨੂੰ ਆਪਣੇ ਅਧੀਨ ਕਰ ਲਿਆ, ਪੈਰਿਸ ਉਸ ਸਮੇਂ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਜਿਹੜੀ ਆਪਾਂ ਕਹੀਏ ਸਿਟੀ ਸੀਗੀ ਫਰਾਂਸ ਦੀ, ਤਾਂ ਜਦੋਂ ਉਹਨਾਂ ਨੇ ਉਹਦੇ ਉੱਤੇ ਹਮਲਾ ਕਰ ਲਿਆ ਅਤੇ 22 ਜੂਨ 1940 ਨੂੰ ਫਰਾਂਸ ਨੇ ਵੀ ਇਹ ਮੰਨ ਲਿਆ ਕਿ ਅਸੀਂ ਤੁਹਾਡੇ ਅਧੀਨ ਆ, ਆਪਣਾ ਆਤਮ ਸਮਰਪਣ ਜਿਹੜਾ ਉਹ ਜਰਮਨੀ ਦੇ ਅੱਗੇ ਕਰ ਦਿੱਤਾ। ਅੱਧਾ ਜਿਹੜਾ ਫਰਾਂਸ ਆ ਉਹ ਇਸ ਤਰ੍ਹਾਂ ਜਰਮਨ ਦੇ ਕਬਜ਼ੇ ਵਿੱਚ ਆ ਗਿਆ। ਇਸ ਤੋਂ ਬਾਅਦ ਹੁੰਦੀ ਹੈ ਜੀ ਬ੍ਰਿਟੇਨ ਦੀ ਲੜਾਈ। ਇਸ ਤਰ੍ਹਾਂ ਜਦੋਂ ਆਪਾਂ ਦੇਖ ਲਿਆ, ਹੁਣ ਪਹਿਲਾਂ ਆਪਾਂ ਪੜ੍ਹ ਚੁੱਕੇ ਹਾਂ ਕਿ ਜਰਮਨ ਨੇ ਕਿਸ ਤਰ੍ਹਾਂ ਜਿਹੜਾ ਫਰਾਂਸ ਅੱਧੇ ਫਰਾਂਸ ਨੂੰ ਆਪਣੇ ਅਧੀਨ ਕਰਿਆ। ਬ੍ਰਿਟੇਨ ਦੀ ਲੜਾਈ ਦੇ ਵਿੱਚ ਕੀ ਆ ਜਾਂਦਾ, ਅਗਸਤ 1940 'ਚ ਬ੍ਰਿਟੇਨ 'ਤੇ ਹਵਾਈ ਹਮਲੇ ਜਰਮਨ ਦੁਆਰਾ ਕੀਤੇ ਗਏ। ਜਿਹੜਾ ਜਰਮਨ ਸੀ ਉਸਨੇ ਸੋਚਿਆ ਕਿ ਮੈਂ ਹੁਣ ਆਪਦੀ ਸ਼ਕਤੀ ਜਿਹੜੀ ਵਧਾਈ ਰਿਹਾ ਤਾਂ ਬ੍ਰਿਟੇਨ ਨੂੰ ਵੀ ਅਧੀਨ ਕਰ ਲਾਂ। ਬ੍ਰਿਟੇਨ ਇੱਕ ਸ਼ਕਤੀਸ਼ਾਲੀ ਜਿਹੜੀ ਕੰਟਰੀ ਸੀ ਉਸ ਸਮੇਂ। ਬ੍ਰਿਟੇਨ ਦੀ ਲੜਾਈ ਜਿਹੜੀ ਇਸ ਨੂੰ ਕਿਹਾ ਜਾਂਦਾ, ਜਦੋਂ ਉਸਨੇ ਹਮਲੇ ਕੀਤੇ ਅਗਸਤ 1940 ਦੇ ਵਿੱਚ ਬ੍ਰਿਟੇਨ ਉੱਪਰ ਜਰਮਨੀ ਨੇ, ਤਾਂ ਇਸ ਜਿਹੜੀ ਲੜਾਈ ਹੈ ਇਸ ਨੂੰ ਬ੍ਰਿਟੇਨ ਦੀ ਲੜਾਈ ਦੇ ਨਾਂ ਨਾਲ ਜਾਣਿਆ ਜਾਂਦਾ। ਇਟਲੀ ਨੇ ਉੱਤਰੀ ਅਫਰੀਕਾ 'ਚ ਸੈਨਿਕ ਕਾਰਵਾਈਆਂ ਵੀ ਸ਼ੁਰੂ ਕਰ ਦਿੱਤੀਆਂ ਸੀ ਇਸ ਦੇ ਨਾਲ। ਨੈਕਸਟ ਸੋਵੀਅਤ ਸੰਘ 'ਤੇ ਹਮਲਾ। ਜਿਵੇਂ ਆਪਾਂ ਜਾਣਦੇ ਹਾਂ ਕਿ ਜਦੋਂ ਪਹਿਲਾ ਵਿਸ਼ਵ ਯੁੱਧ ਹੋਇਆ ਸੀ ਉਸ ਤੋਂ ਬਾਅਦ ਜਿਹੜਾ ਰੂਸ ਸੀਗਾ ਉਸਨੇ ਸ਼ਾਂਤੀਪੂਰਵਕ ਆਪਾਂ ਕਹੀਏ ਨੀਤੀ ਅਪਣਾ ਲਈ ਸੀ ਅਤੇ ਯੁੱਧ ਤੋਂ ਬਾਹਰ ਹੀ ਰਿਹਾ ਸੀ, ਪਰ ਫਿਰ ਵੀ ਉਹ ਯੁੱਧ ਦੇ ਵਿੱਚ ਆ ਗਿਆ ਸੀ, ਸ਼ਾਮਲ ਹੋ ਗਿਆ ਸੀ। ਕਿਸ ਤਰ੍ਹਾਂ, ਸੋਵੀਅਤ ਸੰਘ 'ਤੇ ਹਮਲਾ। ਜਰਮਨ ਨੇ ਅਤੇ ਜਿਹੜਾ ਰੂਸ ਸੀ ਉਹਨਾਂ ਵਿੱਚ ਇੱਕ ਸੰਧੀ ਹੋਈ ਸੀ, ਅਨੁਕਰਮਣਿਕ ਸੰਧੀ ਹੋਈ ਸੀ, ਜਿਹਦੇ ਵਿੱਚ ਇਹਦਾ ਮਤਲਬ ਹੁੰਦਾ ਕਿ ਨਾ ਤਾਂ ਵੀ ਇਹਦਾ ਮਤਲਬ ਸੀ ਕਿ ਨਾ ਤਾਂ ਜਰਮਨੀ ਆ ਜਿਹੜਾ ਉਹ ਸੋਵੀਅਤ ਸੰਘ ਭਾਵ ਰੂਸ ਉੱਪਰ ਕੋਈ ਕਿਸੇ ਤਰ੍ਹਾਂ ਦਾ ਵੀ ਹਮਲਾ ਕਰੂਗਾ, ਨਾ ਹੀ ਜਿਹੜਾ ਰੂਸ ਆ ਉਹ ਜਰਮਨ ਉੱਪਰ ਕਿਸੇ ਤਰ੍ਹਾਂ ਦਾ ਵੀ ਹਮਲਾ ਕਰੂਗਾ। ਪਰ ਹੋਇਆ ਇਸ ਦੇ ਉਲਟ। ਜਰਮਨੀ ਨੇ 22 ਜੂਨ 1941 ਨੂੰ ਜਿਹੜੀ ਅਕਰਮਣਿਕ ਸੰਧੀ ਹੋਣ ਦੇ ਬਾਵਜੂਦ ਵੀ ਇਹਦੇ ਉੱਪਰ ਰੂਸ 'ਤੇ ਹਮਲਾ ਕਰ ਦਿੱਤਾ। ਪਹਿਲਾਂ ਸ਼ੁਰੂਆਤੀ ਮਹੱਤਵਪੂਰਨ ਜਿਹੜੀਆਂ ਇਹਨੂੰ ਸਫਲਤਾਵਾਂ ਮਿਲੀਆਂ, ਪਰ ਆਪਾਂ ਜਾਣਦੇ ਹਾਂ ਕਿ ਜਿਹੜੇ ਰੂਸ ਦੇ ਲੋਕਾਂ ਨੇ ਵਿਦਰੋਹ ਕਰ ਦਿੱਤਾ ਸੀ ਰੂਸ ਦੇ ਵਿੱਚ ਹੀ, ਕਿ ਜਿਹੜਾ ਸਾਡਾ ਆਪਾਂ ਕਹਿ ਦਈਏ ਆਰਥਿਕ ਜਿਹੜਾ ਵੀ ਇਹਨਾਂ ਦੀ ਆਮਦਨ ਆ ਉਹ ਸਾਰੀ ਕਿੱਥੇ ਜਾ ਰਹੀ ਹੈ, ਯੁੱਧ ਦੇ ਉੱਪਰ ਖਰਚ ਹੋ ਰਹੀ ਆ। ਤਾਂ ਉਹਨਾਂ ਨੇ ਯੁੱਧ ਨੂੰ ਛੱਡ ਦਿੱਤਾ ਸੀਗਾ ਅਤੇ ਨਵੀਂ ਜਿਹੜੀ ਸਰਕਾਰ ਬਣਾਈ ਸੀ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ, ਹੈ ਨਾ। ਤਾਂ ਇਸ ਤਰ੍ਹਾਂ ਉਹਨੇ ਹੁਣ ਆਪਣੀ ਜਿਹੜੀ ਸ਼ਕਤੀ ਸੀ ਉਹ ਵਧਾਉਣੀ ਸ਼ੁਰੂ ਕਰ ਦਿੱਤੀ ਸੀ ਰੂਸ ਨੇ, ਹੈ ਨਾ। ਤਾਂ ਉਹ ਜਿਹੜਾ ਰੂਸ ਸੀ ਇੱਕ ਬਹੁਤ ਵਧੀਆ ਦੇਸ਼ ਬਣ ਚੁੱਕਿਆ ਸੀ, ਸੋਵੀਅਤ ਸੰਘ ਇੰਡੀਪੈਂਡੈਂਟ ਕੰਟਰੀ ਬਣ ਚੁੱਕਿਆ ਸੀਗਾ ਦੂਸਰੇ ਵਿਸ਼ਵ ਯੁੱਧ ਦੇ ਦੌਰਾਨ। ਤਾਂ ਓਬਵੀਅਸ ਸੀ ਕਿ ਇਹਨੂੰ ਜਿੱਤਣਾ ਬਹੁਤ ਮੁਸ਼ਕਿਲ ਹੋਊਗਾ। ਪਹਿਲਾਂ ਤਾਂ ਜਿਹੜਾ ਜਰਮਨ ਸੀਗਾ ਉਸਨੂੰ ਬਹੁਤ ਜ਼ਿਆਦਾ ਸਫਲਤਾਵਾਂ ਮਿਲਦੀਆਂ ਰਹੀਆਂ। ਜਰਮਨ ਨੂੰ ਜਿੱਤ ਨੂੰ ਰੋਕਿਆ ਫਿਰ ਇਸਨੇ। ਫਿਰ ਰੂਸ ਸੀ ਜਿਹੜਾ ਆਪਦੀ ਅਸਲ ਸ਼ਕਤੀ ਦਿਖਾਉਣ ਲੱਗਾ ਅਤੇ ਜਿਹਨੇ ਕਿ ਇਸ ਨੂੰ ਜਰਮਨੀ ਨੂੰ ਰੋਕਣਾ ਸ਼ੁਰੂ ਕਰ ਦਿੱਤਾ। ਮਹੱਤਵਪੂਰਨ ਜਿਹੜੀ ਘਟਨਾ ਹੋਈ ਇਸ ਦੇ ਦੌਰਾਨ ਉਹ ਸੀ ਬ੍ਰਿਟੇਨ, ਅਮਰੀਕਾ ਅਤੇ ਸੋਵੀਅਤ ਸੰਘ ਇਕਜੁੱਟ ਹੋ ਗਏ ਸਾਰੇ। ਇਹ ਇੱਕ ਪਾਸੇ ਆ ਗਏ। ਕਿਉਂਕਿ ਜਿਹੜਾ ਜਰਮਨੀ ਸੀ ਉਹ ਆਪਦੀ ਸ਼ਕਤੀ ਨੂੰ ਵਧਾਉਂਦਾ ਹੀ ਜਾ ਰਿਹਾ ਸੀ, ਵੱਖ-ਵੱਖ ਜਿਹੜੀਆਂ ਕੰਟਰੀਆਂ ਸੀ ਉਹਨਾਂ 'ਤੇ ਕਬਜ਼ਾ ਕਰਦਾ ਜਾ ਰਿਹਾ ਸੀ। ਜੋ ਹਿਟਲਰ ਸੀ ਉਸਦੀ ਨੀਤੀ ਹੀ ਇਹੋ ਜਿਹੀ ਸੀ ਕਿ ਉਹ ਇੱਕੋ ਦਮ ਜਿਹੜੇ ਸੈਨਿਕ ਸੀ ਵੱਖ-ਵੱਖ ਕੰਟਰੀਆਂ ਦੇ ਵਿੱਚ ਭੇਜ ਦਿੰਦਾ ਸੀ। ਇਸ ਤੋਂ ਬਾਅਦ ਜਿਹੜਾ ਯੁੱਧ ਦਾ ਵਿਸਤਾਰ ਆ ਜਿਹੜਾ ਹੋਣਾ ਸ਼ੁਰੂ ਹੋ ਗਿਆ। ਇੱਕ ਪਾਸੇ ਤਾਂ ਸੀ ਬ੍ਰਿਟੇਨ, ਅਮਰੀਕਾ ਅਤੇ ਸੋਵੀਅਤ ਸੰਘ ਸ਼ਕਤੀਸ਼ਾਲੀ ਦੇਸ਼ ਸੀ, ਦੂਸਰੇ ਪਾਸੇ ਜਰਮਨ, ਜਪਾਨ ਅਤੇ ਇਟਲੀ ਸੀ। ਇਹ 3 ਕੰਟਰੀਆਂ। ਇਹਨਾਂ ਦੇ ਵਿੱਚ ਜਿਹੜੀ ਸੰਧੀ ਹੋਈ ਸੀ ਉਹ ਸਤੰਬਰ 1940 ਨੂੰ ਇਹਨਾਂ ਨੇ ਦਸਤਖਤ ਕੀਤੇ ਸੀਗੇ। 7 ਦਸੰਬਰ 1941 ਨੂੰ ਜਾਪਾਨ ਨੇ ਯੁੱਧ ਦੀ ਘੋਸ਼ਣਾ ਕੀਤੇ ਬਿਨਾਂ ਹਵਾਈ ਸਥਾਨ ਸੀਗਾ ਜਿਹੜਾ ਇਹਨਾਂ ਦਾ ਪਰੇਲ ਹਾਰਬਰ, ਉਹਨਾਂ ਦੇ ਉੱਪਰ ਅਮਰੀਕੀ ਸੈਨਿਕਾਂ ਸੀਗੇ ਜਿਹੜੇ ਅੱਡੇ, ਉਹਨਾਂ 'ਤੇ ਹਮਲਾ ਕਰ ਦਿੱਤਾ। ਜਿਹੜਾ ਜਾਪਾਨ ਸੀਗਾ ਇਸਨੇ ਕੀ ਕੀਤਾ ਸੀ, 7 ਦਸੰਬਰ 1941 ਨੂੰ ਅਮਰੀਕਾ ਦੇ ਕੁਛ ਸੈਨਿਕ ਅੱਡੇ ਸੀਗੇ, ਹਵਾਈ ਅੱਡੇ ਸੀ ਸੈਨਿਕ, ਜਿਨ੍ਹਾਂ ਦੇ ਉੱਪਰ ਇਹਨਾਂ ਨੇ ਹਮਲਾ ਕਰ ਦਿੱਤਾ ਸੀ। ਉਸ ਸਥਾਨ ਦਾ ਨਾਮ ਸੀ ਪਰੇਲ ਹਾਰਬਰ, ਅਤੇ ਜਿਹਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਆਪਾਂ ਕਹਿ ਦਈਏ ਅਮਰੀਕੀ ਸੈਨਿਕ ਮਾਰੇ ਵੀ ਗਏ ਸੀ ਅਤੇ ਉਹਨਾਂ ਦੇ ਜਿਹੜੇ ਹਥਿਆਰ ਸੀਗੇ ਉਹਨਾਂ ਦਾ ਵੀ ਖਾਤਮਾ ਹੋ ਗਿਆ ਸੀ। ਜਿੱਥੋਂ ਜਿਹੜੀ ਇਹ ਜੰਗ ਆ ਜਿਹੜੀ ਸਟਾਰਟ ਹੋਣੀ ਸ਼ੁਰੂ ਹੋ ਜਾਂਦੀ ਹੈ
ਅਮਰੀਕੀ ਜਿਹੜੇ ਸੀਗੇ ਜਦੋਂ ਉਹਨਾਂ ਨੇ ਇਸ ਤਰ੍ਹਾਂ ਹਮਲਾ ਕਰ ਦਿੱਤਾ ਹੈ ਨਾ, ਤਾਂ ਭੈਭੀਤ ਹੋ ਗਏ ਲੋਕ ਵੀ, ਸੈਨਾ ਵੀ ਭੈਭੀਤ ਹੋ ਗਈ, ਸਰਕਾਰ ਵੀ। ਜਾਪਾਨ ਅਤੇ ਅਮਰੀਕਾ ਦੀਆਂ ਜਿਹੜੀਆਂ ਸਰਕਾਰਾਂ ਸੀ ਉਹਨਾਂ ਦੇ ਵਿਚਕਾਰ ਏਸ਼ੀਆ ਅਤੇ ਪ੍ਰਸ਼ਾਂਤ ਖੇਤਰਾਂ ਨਾਲ ਸੰਬੰਧਿਤ ਜਿਹੜੇ ਮਤਭੇਦ ਦੂਰ ਕਰਨ ਦੇ ਲਈ ਉਸ ਸਮੇਂ ਬਾਤਚੀਤ ਚੱਲ ਰਹੀ ਸੀ, ਜਿਸ ਦੇ ਦੌਰਾਨ ਜਿਹੜਾ ਜਾਪਾਨ ਨੇ ਇਸ ਦੇ ਉੱਪਰ ਹਮਲਾ ਕਰ ਦਿੱਤਾ ਸੀ, ਇਸ ਦੇ ਸੈਨਿਕ ਅੱਡੇ 'ਤੇ। ਇਸ ਤੋਂ ਬਾਅਦ ਜਿਹੜਾ ਯੁੱਧ ਆ ਉਹ ਸਹੀ ਅਰਥਾਂ ਦੇ ਵਿੱਚ ਕੀ ਹੋ ਗਿਆ, ਵਿਸ਼ਵ ਵਿਆਪੀ ਰੂਪ ਧਾਰਨ ਕਰ ਗਿਆ, ਜਦੋਂ ਜਾਪਾਨ ਨੇ ਆ ਕੇ ਅਮਰੀਕਾ ਦੇ ਜਿਹੜੇ ਪਰੇਲ ਹਾਰਬਰ ਸਥਾਨ ਦਾ ਸੈਨਿਕ ਅੱਡਾ ਸੀ ਉਸ ਦੇ ਉੱਪਰ ਹਮਲਾ ਕਰ ਦਿੱਤਾ। ਤਾਂ ਉਸ ਤੋਂ ਬਾਅਦ ਜਿਹੜਾ ਇਹ ਯੁੱਧ ਆ ਇਹ ਇੱਕ ਵਿਸ਼ਵ ਵਿਆਪੀ ਰੂਪ ਧਾਰਨ ਕਰ ਗਿਆ ਅਤੇ ਦੂਸਰੇ ਮਹਾਯੁੱਧ ਦੇ ਰੂਪ ਵਿੱਚ ਉੱਭਰ ਕੇ ਸਾਡੇ ਸਾਹਮਣੇ ਆਇਆ। 8 ਦਸੰਬਰ 1941 ਨੂੰ, ਇਸ ਡੇਟ ਨੂੰ ਜ਼ਰੂਰ ਯਾਦ ਕਰ ਲਿਓ, 8 ਦਸੰਬਰ 1941 ਨੂੰ ਅਮਰੀਕਾ ਨੇ ਜਾਪਾਨ ਦੇ ਵਿਰੁੱਧ ਯੁੱਧ ਦੀ ਘੋਸ਼ਣਾ ਕਰ ਦਿੱਤੀ। ਇਸ ਤੋਂ ਪਹਿਲਾਂ ਕਿਸ ਦੇ ਵਿਰੁੱਧ ਕਰੀ ਸੀ, ਜਰਮਨੀ ਦੇ, ਅਤੇ ਹੁਣ ਕਿਸ ਦੇ ਵਿਰੁੱਧ ਹੋ ਗਈ, ਜਾਪਾਨ ਦੇ, ਅਤੇ ਜਾਪਾਨ ਵੀ ਕਿਸ ਦੇ ਨਾਲ ਸੀ, ਜਰਮਨੀ ਦੇ ਨਾਲ ਜੁੜ ਗਿਆ ਸੀ, 3+ ਇਟਲੀ ਵੀ। ਇਸ ਤੋਂ ਬਾਅਦ ਲੜਾਈ ਹੁੰਦੀ ਹੈ ਸਤਾਲਿਨਗਰਾਦ ਦੀ। ਸਤਾਲਿਨਗਰਾਦ ਦੇ ਵਿੱਚ ਨਵੰਬਰ 1941 ਵਿੱਚ ਮਾਸਕੋ ਦੁਆਰਾ ਜਰਮਨ ਦਾ ਵਿਰੋਧ, ਕਿਉਂਕਿ ਜਿਹੜਾ ਮਾਸਕੋ ਦਾ ਇਲਾਕਾ ਸੀਗਾ ਉਹ ਉਸ ਦੇ ਉੱਪਰ, ਮਾਸਕੋ ਦੇ ਇਲਾਕੇ ਉੱਪਰ ਕੋਈ ਵੀ ਕਬਜ਼ਾ ਨਹੀਂ ਕਰ ਸਕਿਆ ਸੀਗਾ ਜਰਮਨੀ, ਤਾਂ ਇਸ ਦੇ ਵਿੱਚ ਇਹਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ। ਦਸੰਬਰ 1941 ਵਿੱਚ ਮਾਸਕੋ ਵਿੱਚ ਜਿਹੜਾ ਜਰਮਨ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ। ਜਰਮਨੀ ਨੇ ਰੂਸ ਦੇ ਦੱਖਣੀ ਪੱਖ ਤੋਂ ਹਮਲਾ ਕਰਨ ਬਾਰੇ ਸੋਚਿਆ। ਹੁਣ ਉਹਨੇ ਕੀ ਸੋਚਿਆ ਵੀ ਮੈਂ ਮਾਸਕੋ ਦੇ ਉੱਪਰ ਤਾਂ ਕਬਜ਼ਾ ਕਰ ਨਹੀਂ ਸਕਿਆ, ਤਾਂ ਉਸਨੇ ਕੀ ਕੀਤਾ, ਰੂਸ ਦੇ ਜਿਹੜਾ ਦੱਖਣੀ ਭਾਗ ਸੀ, ਉੱਤਰੀ ਭਾਗ ਨੂੰ ਛੱਡਤਾ, ਦੱਖਣੀ ਭਾਗ ਤੋਂ ਕਬਜ਼ਾ ਕਰਨ ਦੇ ਬਾਰੇ ਸੋਚ ਲਈ ਵੀ ਮੈਂ ਦੱਖਣੀ ਭਾਗ ਤੋਂ ਜਿਹੜਾ ਉਹ ਰੂਸ ਦੇ ਉੱਪਰ ਕਬਜ਼ਾ ਕਰ ਲੂੰਗਾ, ਅਤੇ ਉਸ ਦੇ ਉੱਪਰ ਹਮਲਾ ਜਿਹੜਾ ਸੀ ਉਹ ਦੱਖਣੀ ਪੱਖ ਤੋਂ ਕਰਨਾ ਸ਼ੁਰੂ ਕਰ ਦਿੱਤਾ। ਅਗਸਤ 1942 ਦੇ ਵਿੱਚ ਜਰਮਨ ਸੈਨਾਵਾਂ ਸੀਗੀਆਂ, ਜਿਹੜੀਆਂ ਜਰਮਨੀ ਸੈਨਾਵਾਂ ਸੀ ਉਹ ਜੋ ਸੀਗਾ ਸਤਾਲਿਨਗਰਾਦ ਦਾ ਇਲਾਕਾ ਸੀ ਉਹਦੇ ਬਹੁਤ ਬਾਹਰ ਤੱਕ ਚੱਲ ਰਹਿ ਗਈਆਂ ਨਾ, ਤਾਂ 5 ਮਹੀਨੇ ਤੱਕ ਇਹਨਾਂ ਵਿੱਚ ਲੜਾਈ ਚੱਲਦੀ ਰਹੀ। ਜਿਹੜਾ ਸਤਾਲਿਨਗਰਾਦ ਦਾ ਇਲਾਕਾ ਸੀ ਉੱਥੇ ਜਰਮਨ ਸੈਨਾਵਾਂ ਦੇ ਵਿਚਕਾਰ। ਅਗਸਤ 1942 ਦੇ ਵਿੱਚ ਫਿਰ ਫਰਵਰੀ 1943 ਵਿੱਚ ਲਗਭਗ 90,000 ਜਿਹੜੇ ਜਰਮਨ ਅਫਸਰਾਂ ਅਤੇ ਸੈਨਾਵਾਂ ਨੇ ਆਕਰਮਣ ਕੀਤਾ। ਮਤਲਬ ਕਿ ਜਦੋਂ ਜਿਹੜਾ ਐਕਚੁਅਲੀ ਦੇ ਵਿੱਚ ਜਿਹੜਾ ਜਰਮਨ ਆਪਾਂ ਦੇਖੀਏ ਧਿਆਨ ਦੇ ਨਾਲ, ਤਾਂ ਇੱਥੋਂ ਜਿਹੜਾ ਵੀਕ ਹੋਣਾ ਸ਼ੁਰੂ ਹੋ ਗਿਆ ਨਾ, ਕਿਉਂ ਇਸ ਪੁਆਇੰਟ ਦੇ ਵਿੱਚ ਹੀ ਆ, ਜਦੋਂ ਸਤਾਲਿਨਗਰਾਦ ਦੇ ਉੱਤੇ 5 ਮਹੀਨੇ ਤੱਕ ਉਹਨਾਂ ਨੇ ਹਮਲਾ ਕਰੀ ਰੱਖਿਆ, ਲੜਾਈ ਯੁੱਧ ਜਾਰੀ ਰੱਖਿਆ, ਤਾਂ ਫਰਵਰੀ 1943 ਦੇ ਵਿੱਚ ਉੱਥੇ 90,000 ਜਰਮਨ ਅਫਸਰ ਸੀਗੇ ਉਹ ਆਏ ਅਤੇ ਉਹਨਾਂ ਦੀਆਂ ਸੈਨਾਵਾਂ 'ਤੇ ਆਕਰਮਣ ਕੀਤਾ ਨਾ, ਉਹਨਾਂ ਨੇ ਸੈਨਾਵਾਂ ਨੇ ਹਮਲਾ ਕੀਤਾ ਉੱਥੇ। ਤਾਂ ਉਹ 90,000 ਦੇ ਲਗਭਗ ਤਾਂ ਉਹਨਾਂ ਦੇ ਇਕੱਲੇ ਅਫਸਰ ਹੀ ਸੀ। ਇਸ ਲੜਾਈ ਵਿੱਚ 3 ਲੱਖ ਜਰਮਨੀ ਲੋਕ ਵੀ ਖੋ ਗਏ ਸੀਗੇ, ਕਿਉਂਕਿ ਜਰਮਨ ਦੇ ਜਿਹੜੇ ਆਮ ਲੋਕ ਸੀਗੇ ਉਹਨਾਂ ਨੂੰ ਵੀ ਉਹਨਾਂ ਨੇ ਲਿਆਂਦਾ ਸੀਗਾ ਇਸ ਯੁੱਧ ਦੇ ਵਿੱਚ ਸ਼ਾਮਲ ਕੀਤਾ ਸੀਗਾ। ਅਤੇ ਇਹ ਇੱਕ ਅਜਿਹਾ ਵਿਸ਼ਵ ਯੁੱਧ ਸੀਗਾ, ਦੁਨੀਆ ਦਾ ਇੱਕ ਅਜਿਹਾ ਆਪਾਂ ਕਹਿ ਲਈਏ ਯੁੱਧ ਆ ਜਿਹਦੇ ਵਿੱਚ ਆਮ ਲੋਕ ਵੀ ਜਿਹੜੇ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਮਾਰੇ ਗਏ ਸੀ। ਉਹ ਕਿਉਂ ਮਾਰੇ ਗਏ ਸੀ ਉਹ ਆਪਾਂ ਅੱਗੇ ਵੀ ਪੜ੍ਹਾਂਗੇ। ਤਾਂ ਇਸ ਦੇ ਵਿੱਚ ਜਦੋਂ ਇੰਨਾ ਜ਼ਿਆਦਾ ਨੁਕਸਾਨ ਹੋ ਗਿਆ ਇਸਨੂੰ, ਇੰਨੇ ਸੈਨਿਕ ਮਾਰੇ ਗਏ, ਇਹਨਾਂ ਦੇ ਆਫੀਸਰ ਮਾਰੇ ਗਏ, ਅਤੇ ਇਸ ਤੋਂ ਬਿਨਾਂ ਜਿਹੜੇ ਆਮ ਲੋਕ ਸੀਗੇ ਇਹਨਾਂ ਦੇ ਜਰਮਨ ਦੇ ਹੈ ਨਾ, ਤਾਂ ਉਹ ਜਦੋਂ ਗੁੰਮ ਹੋ ਗਏ, ਉਹ ਮਾਰੇ ਗਏ, ਤਾਂ ਜਿਹੜਾ ਇਹ ਇੱਕ ਕੰਟਰੀ ਸੀਗੀ ਤਾਂ ਵੀਕ ਹੋਣੀ ਸ਼ੁਰੂ ਹੋ ਗਈ ਜਰਮਨੀ। ਇਸੇ ਤੋਂ ਹੀ ਜਿਹੜਾ ਵਿਸ਼ਵ ਯੁੱਧ ਆ ਉਹ ਸ਼ੁਰੂ ਹੁੰਦਾ ਹੈ, ਅਤੇ ਜਿਹਦੇ ਕਰਕੇ ਜਿਹੜਾ ਜਰਮਨ ਹਾਰਦਾ ਉਹ ਇਹੀ ਮੇਨ ਜਗ੍ਹਾ ਸੀਗੀ ਜਿੱਥੋਂ ਉਹ ਵੀਕ ਹੋਇਆ ਸੀ। ਇਸ ਨੂੰ ਧਿਆਨ ਨਾਲ ਕਰ ਲੈਣਾ। ਹੁਣ ਆਪਾਂ ਕਰਦੇ ਹਾਂ ਕੁਝ ਮਹੱਤਵਪੂਰਨ ਘਟਨਾਵਾਂ ਜਿਹੜੀਆਂ ਕਿ ਇਸ ਯੁੱਧ ਦੇ ਦੌਰਾਨ ਹੋਈਆਂ। 1943 ਦੇ ਆਰੰਭ 'ਚ ਉੱਤਰੀ ਅਫਰੀਕਾ ਵਿੱਚ ਜਰਮਨੀ ਅਤੇ ਇਤਾਲਵੀ ਸੈਨਾਵਾਂ ਦਾ ਸਫਾਇਆ। 1943 ਦੇ ਸ਼ੁਰੂਆਤੀ ਜਿਹੜਾ ਸਮਾਂ ਸੀ ਉਹਦੇ ਵਿੱਚ ਉੱਤਰੀ ਅਫਰੀਕਾ ਦੇ ਵਿੱਚ ਜਰਮਨੀ ਅਤੇ ਇਤਾਲਵੀ ਜਿਹੜੀਆਂ ਸੈਨਾਵਾਂ ਸੀ ਉਹਨਾਂ ਦਾ ਵੀ ਸਫਾਇਆ ਕਰ ਦਿੱਤਾ ਗਿਆ। ਜੁਲਾਈ 1943 ਦੇ ਵਿੱਚ ਬ੍ਰਿਟਿਸ਼ ਪਲੱਸ ਅਮਰੀਕੀ ਜਿਹੜੀਆਂ ਸੈਨਾਵਾਂ ਸੀ ਉਹਨਾਂ ਨੇ ਸਿਸਲੀ 'ਤੇ ਕਬਜ਼ਾ ਕਰ ਲਿਆ। 3 ਨੰਬਰ ਜਿਹੜਾ ਆਪਣਾ ਪੁਆਇੰਟ ਹੈ ਉਹ ਹੈ ਜੀ, ਇਟਲੀ ਦੀ ਜਨਤਾ ਦੇ ਕਈ ਵਰਗ ਮੋਸੋਲੀਨੀ ਖਿਲਾਫ ਹੋ ਗਏ, ਉਸ ਨੂੰ ਗ੍ਰਿਫਤਾਰ ਕਰਕੇ ਨਵੀਂ ਸਰਕਾਰ ਦੀ ਸਥਾਪਨਾ ਕੀਤੀ ਗਈ। ਇਟਲੀ ਦੇ ਵਿੱਚ ਜਿਹੜਾ ਮੋਸੋਲੀਨੀ ਸੀ ਉਸ ਨੂੰ ਬਹੁਤ ਜ਼ਿਆਦਾ ਸਪੋਰਟ ਸੀ ਲੋਕਾਂ ਦੀ। ਜਦੋਂ ਲੋਕਾਂ ਦਾ ਆਪਣਾ ਹੀ ਨੁਕਸਾਨ ਹੋਣ ਲੱਗ ਗਿਆ ਤਾਂ ਲੋਕ ਉਸਦੇ ਵਿਰੋਧ 'ਚ ਜਾ ਕੇ ਖੜ੍ਹੇ ਹੋ ਗਏ ਅਤੇ ਉਹਨਾਂ ਨੇ ਉਸ ਨੂੰ ਗ੍ਰਿਫਤਾਰ ਕਰਕੇ ਨਵੀਂ ਸਰਕਾਰ ਦੀ ਉੱਥੇ ਸਥਾਪਨਾ ਕਰ ਲਈ। ਚੌਥਾ ਸੀ ਜੀ
ਜਰਮਨੀ ਦੀ ਮਦਦ ਨਾਲ ਜਿਹੜਾ ਭੱਜ ਕੇ ਨਿਕਲਣ ਵਾਲਾ ਮੁਸੋਲੀਨੀ ਸੀ, ਉਹਨੇ ਆਪਣੇ ਪੱਖ ਵਿੱਚ ਇੱਕ ਜਰਮਨ ਸਮਰਥਕ ਸਰਕਾਰ ਵੀ ਬਣਾ ਲਈ ਸੀ। 5th ਹੈ ਜੀ, ਸੋਵੀਅਤ ਸੰਘ ਜਰਮਨੀ ਸਿਰਫ ਮਹੱਤਵਪੂਰਨ ਜਿੱਤਾਂ ਪ੍ਰਾਪਤ ਕਰ ਰਿਹਾ ਸੀ। ਜਿਹੜਾ ਸੋਵੀਅਤ ਸੰਘ ਸੀ ਉਹ ਜਰਮਨੀ ਦੇ ਵਿਰੋਧ 'ਚ ਮਹੱਤਵਪੂਰਨ ਜਿੱਤਾਂ ਵੀ ਪ੍ਰਾਪਤ ਕਰ ਰਿਹਾ ਸੀ। ਚੈਕਸਲੋਵਾਕੀਆ ਅਤੇ ਰੋਮਾਨੀਆ ਵਿੱਚ ਪ੍ਰਵੇਸ਼ ਕਰ ਚੁੱਕਿਆ ਸੀ, ਜੋ ਕਿ ਅਜੇ ਤੱਕ ਜਰਮਨੀ ਦੇ ਕਬਜ਼ੇ ਵਿੱਚ ਸੀਗੇ। ਇਸ ਤਰ੍ਹਾਂ ਜਿਹੜਾ ਸੋਵੀਅਤ ਸੰਘ ਸੀ ਉਹਨੇ ਆਪਣੀ ਸ਼ਕਤੀ ਨੂੰ ਵਧਾਉਣਾ ਸ਼ੁਰੂ ਕਰ ਦਿੱਤਾ ਅਤੇ ਜਿਹੜੀ ਜਰਮਨੀ ਦੀ ਸ਼ਕਤੀ ਆ ਉਹ ਘਟਦੀ ਗਈ, ਕਿਉਂਕਿ ਜਿਹੜੇ ਚੈਕਸਲੋਵਾਕੀਆ ਅਤੇ ਰੋਮਾਨੀਆ ਦੇ ਇਲਾਕੇ ਸੀ ਉਹਨਾਂ ਉੱਪਰ ਜਰਮਨੀ ਨੇ ਕਬਜ਼ਾ ਕਰ ਲਿਆ ਸੀ ਅਤੇ ਬਾਅਦ ਵਿੱਚ ਜਿਹੜਾ ਸੋਵੀਅਤ ਸੰਘ ਨੇ ਇਸ ਨੂੰ ਆਪਣੇ ਅਧੀਨ ਕਰ ਲਿਆ। ਨੈਕਸਟ ਹੈ ਦੂਸਰਾ ਮੋਰਚਾ। ਇਹ ਦੂਸਰਾ ਮੋਰਚੇ ਦੀ ਘਟਨਾ ਕੀ ਹੈ, ਇਸ ਦੇ ਬਾਰੇ ਆਪਾਂ ਗੱਲ ਕਰਦੇ ਹਾਂ। ਪਹਿਲਾਂ ਜੀ 6 ਜੂਨ 1944 ਨੂੰ 1 ਲੱਖ ਤੋਂ ਵੀ ਜਿਹੜੇ ਵੱਧ ਬ੍ਰਿਟਿਸ਼ ਅਤੇ ਅਮਰੀਕੀ ਜਿਹੜੇ ਸੈਨਿਕ ਸੀ ਉਹ ਫਰਾਂਸ ਦੇ ਵਿੱਚ ਨਾਰਮੰਡੀ ਦੇ ਸਮੁੰਦਰੀ ਤੱਟ 'ਤੇ ਪਹੁੰਚੇ। ਇਸ ਨੂੰ ਹੀ ਦੂਸਰਾ ਮੋਰਚਾ ਕਿਹਾ ਗਿਆ। ਮਤਲਬ ਕੀ, ਹੁਣ ਉਹਨਾਂ ਦਾ ਪਹੁੰਚਣਾ ਕੀ ਦੂਸਰਾ ਮੋਰਚਾ ਹੈ ਨਾ, ਪਤਾ ਨਹੀਂ ਲੱਗ ਰਿਹਾ, ਕਨਫਿਊਜ਼ਨ ਆ, ਕਿਉਂਕਿ ਜਦੋਂ ਜਰਮਨ ਦੀ ਸ਼ਕਤੀ ਵੱਧਦੀ ਜਾ ਰਹੀ ਸੀ, ਵੱਖ-ਵੱਖ ਜਿਹੜੇ ਭਾਗ ਸੀਗੇ, ਇਲਾਕੇ ਸੀਗੇ ਕੰਟਰੀਆਂ ਦੇ, ਉਹਨਾਂ ਦੇ ਉੱਪਰ ਜਦੋਂ ਉਹ ਕਬਜ਼ਾ ਕਰਦਾ ਜਾ ਰਿਹਾ ਸੀ ਅਤੇ ਜਿਹੜਾ ਸੋਵੀਅਤ ਸੰਘ ਸੀਗਾ ਉਸ ਨੂੰ ਲੰਮੇ ਸਮੇਂ ਤੋਂ ਇੱਕ ਅਜਿਹੇ ਗੁੱਟ ਦੀ ਨੀਡ ਸੀਗੀ, ਜ਼ਰੂਰਤ ਫੀਲ ਕਰ ਰਿਹਾ ਸੀ ਕਿ ਜਿਹੜਾ ਇਹਦੇ ਵਿਰੋਧ 'ਚ ਖੜਾ ਹੋ ਸਕੇ ਜਰਮਨੀ ਦੇ। ਤਾਂ ਜਰਮਨੀ ਦੇ ਵਿਰੋਧ 'ਚ ਜਿਹੜੇ ਕੰਟਰੀਆਂ ਖੜੀਆਂ ਸੀਗੀਆਂ, ਬ੍ਰਿਟਿਸ਼ ਹੋ ਗਏ ਜੇ ਆਪਾਂ ਕਹਿ ਲਈਏ ਜਾਂ ਅਮੈਰੀਕਨ 'ਚ ਹੋ ਗਏ ਹੈ ਨਾ, ਤਾਂ ਉਹਨਾਂ ਨੇ ਜਿਹੜਾ ਗੁੱਟ ਬਣਾਇਆ ਸੀ ਉਸ ਨੂੰ ਹੀ ਦੂਸਰਾ ਮੋਰਚਾ ਕਿਹਾ ਜਾਂਦਾ। ਅਤੇ ਇਹਦੇ ਬਾਰੇ ਕੁਐਸਚਨ ਤੁਹਾਨੂੰ ਆ ਸਕਦਾ, ਇਹਦੇ ਵਿੱਚ ਕਿਹੜੇ ਕਿਹੜੇ ਦੇਸ਼ ਸੀਗੇ। ਅਤੇ ਇਸਨੇ 6 ਜੂਨ 1944 ਨੂੰ 1 ਲੱਖ ਜਿਹੜੇ 1 ਲੱਖ ਤੋਂ ਜ਼ਿਆਦਾ ਬ੍ਰਿਟਿਸ਼ ਅਤੇ ਅਮਰੀਕੀ ਜਿਹੜੇ ਸੈਨਿਕ ਸੀਗੇ ਉਹ ਫਰਾਂਸ ਦੇ ਵਿੱਚ ਨਾਰਮੰਡੀ ਜਿਹੜਾ ਸਮੁੰਦਰੀ ਤੱਟ ਸੀ ਉੱਥੇ ਪਹੁੰਚੇ ਸੀ ਅਤੇ ਇਸ ਨੂੰ ਦੂਸਰਾ ਮੋਰਚਾ ਕਿਹਾ ਜਾਂਦਾ ਸੀ। ਆਸ ਹੈ ਕਿ ਤੁਹਾਨੂੰ ਇਸ ਦੇ ਬਾਰੇ ਸਮਝ ਲੱਗ ਚੁੱਕੀ ਹੋਵੇਗੀ। ਅਤੇ ਇਹਦੀ ਮੰਗ ਲੰਮੇ ਸਮੇਂ ਤੋਂ ਕੌਣ ਕਰ ਰਿਹਾ ਸੀ? ਸੋਵੀਅਤ ਸੰਘ। ਅਤੇ ਦੂਸਰਾ ਮੋਰਚਾ ਖੁੱਲ੍ਹ ਜਾਣ ਤੋਂ ਬਾਅਦ ਹਰ ਜਗ੍ਹਾ ਜਰਮਨ ਸੈਨਾਵਾਂ ਦੇ ਜਿਹੜੇ ਪੈਰ ਆ ਉਹ ਉਖੜਨੇ ਸ਼ੁਰੂ ਹੋ ਗਏ ਅਤੇ ਜਰਮਨ ਦੀ ਜਿਹੜੀ ਹਾਰ ਆ ਉਹ ਲਾਜ਼ਮੀ ਹੋ ਗਈ। ਯੂਰਪ ਵਿੱਚ ਯੁੱਧ ਦਾ ਅੰਤ। 6 ਜੂਨ 1944 ਦੇ ਬਾਅਦ ਜਰਮਨ ਸੈਨਾਵਾਂ 3 ਦਿਸ਼ਾਵਾਂ ਤੋਂ ਵੱਧ ਰਹੀ ਮਿੱਤਰ ਰਾਸ਼ਟਰਾਂ ਦੀਆਂ ਸੈਨਾਵਾਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪਿਆ ਅਤੇ ਜਿਹਦੇ ਨਾਲ ਉਹਦੇ ਜਿਹੜੇ ਪੈਰ ਉਖੜਨੇ ਸ਼ੁਰੂ ਹੋ ਗਏ। ਪੂਰਬ ਤੋਂ ਸੋਵੀਅਤ ਸੈਨਾ ਅਤੇ ਪੱਛਮ ਤੋਂ ਹੋਰ ਮਿੱਤਰ ਰਾਸ਼ਟਰਾਂ ਦੀਆਂ ਸੈਨਾਵਾਂ ਜਰਮਨ ਨੂੰ ਘੇਰ ਰਹੀਆਂ ਸੀ। ਪੂਰਬ ਤੋਂ ਸੋਵੀਅਤ ਸੈਨਾ ਅਤੇ ਪੱਛਮ ਤੋਂ ਜਿਹੜੇ ਹੋਰ ਮਿੱਤਰ ਦੇਸ਼ ਸੀ ਉਹ ਵੀ ਜਰਮਨ ਨੂੰ ਘੇਰਨ ਲੱਗ ਗਏ। ਅਤੇ 2 ਮਈ 1945 ਨੂੰ ਸੋਵੀਅਤ ਸੈਨਾਵਾਂ ਨੇ ਬਰਲਿਨ ਸੀਗਾ ਜਿਹੜਾ, ਬਰਲਿਨ ਉਸ ਸਮੇਂ ਕੀ ਸੀ, ਜਰਮਨੀ ਦੀ ਰਾਜਧਾਨੀ ਸੀ, ਵਿੱਚ ਪ੍ਰਵੇਸ਼ ਕੀਤਾ ਅਤੇ ਉਸੇ ਦਿਨ ਸਵੇਰ ਦੇ ਸਮੇਂ ਹਿਟਲਰ ਨੇ ਆਤਮ ਹੱਤਿਆ ਕਰ ਲਈ। ਅਤੇ ਹਿਟਲਰ ਦੀ ਆਤਮ ਹੱਤਿਆ ਦੇ ਬਾਰੇ ਤੁਹਾਨੂੰ ਸਭ ਨੂੰ ਹੀ ਪਤਾ ਹੋਵੇਗਾ ਕਿ ਜਿਹੜਾ ਇੱਕ ਬਹੁਤ ਵਧੀਆ ਆਪਾਂ ਕਹਿ ਲਈਏ ਬਹੁਤ ਵਧੀਆ ਜਾਂ ਜੋ ਬਹਾਦਰ ਯੋਧਾ ਸੀਗਾ ਇਹ ਇੱਕ, ਅਤੇ ਜਿਸ ਨੇ ਆਤਮ ਹੱਤਿਆ ਕਰ ਲਈ ਸੀ। ਕਿਉਂਕਿ ਜਿਹੜਾ ਜਰਮਨ ਸੀ, ਦੇਖੋ ਆਪਾਂ ਇੱਥੇ ਕਰਿਆ ਨਾ ਕਿ 1944 ਦੇ ਵਿੱਚ ਜਰਮਨ ਸੈਨਾਵਾਂ ਨੂੰ 3 ਦਿਸ਼ਾਵਾਂ ਤੋਂ ਘੇਰ ਲਿਆ ਸੀਗਾ, ਚਾਰੇ ਪਾਸਿਓਂ ਤੋਂ ਆਪਾਂ ਕਹਿ ਲਈਏ ਘੇਰਨਾ ਆਰੰਭ ਕਰ ਦਿੱਤਾ ਸੀਗਾ ਜਿਹੜੇ ਰਾਸ਼ਟਰ ਦੇਸ਼ ਸੀ। ਫਿਰ ਪੂਰਬ ਤੋਂ ਵੀ ਉਹਨੂੰ ਘੇਰਿਆ ਗਿਆ, ਉਸਨੂੰ ਪੱਛਮ ਤੋਂ ਵੀ ਘੇਰਿਆ ਗਿਆ ਹੈ ਨਾ। ਅਤੇ 2 ਮਈ 1945 ਨੂੰ ਜਿਹੜੇ ਸੋਵੀਅਤ ਸੈਨਾਵਾਂ ਗਈਆਂ ਉਹ ਤਾਂ ਬਰਲਿਨ 'ਚ ਆ ਗਈਆਂ, ਉਹਦੀ ਰਾਜਧਾਨੀ 'ਚ ਆ ਗਈਆਂ, ਅਤੇ ਉਹ ਵੀਕ ਪਹਿਲਾਂ ਹੀ ਹੋ ਚੁੱਕਿਆ ਸੀ, ਕਮਜ਼ੋਰ ਉਹ ਪਹਿਲਾਂ ਹੀ ਹੋ ਚੁੱਕਿਆ ਸੀ ਆਰਥਿਕ ਤੌਰ 'ਤੇ। ਤਾਂ ਜਿਹੜਾ ਹਿਟਲਰ ਸੀ ਉਹਨੂੰ ਪਤਾ ਸੀ ਕਿ ਮੇਰੀ ਜਿਹੜੀ ਹਾਰ ਆ ਉਹ ਨਿਸ਼ਚਿਤ ਆ ਅਤੇ ਉਸ ਦਾ ਸਾਹਮਣਾ ਨਹੀਂ ਕਰ ਸਕਦਾ ਸੀ, ਕਿਉਂਕਿ ਉਹ ਜਿੱਤਦਾ ਹੀ ਆਇਆ ਸੀ। ਤਾਂ ਉਸਦੀ ਇੱਕ ਪ੍ਰੇਮਿਕਾ ਸੀ, ਕਿਹਾ ਜਾਂਦਾ ਕਿ ਦੋਨਾਂ ਨੇ ਇਕੱਠਿਆਂ ਨੇ ਹੀ ਜ਼ਹਿਰ ਪੀ ਕੇ ਜਿਹੜੀ ਉਹ ਆਤਮ ਹੱਤਿਆ ਉਹਨਾਂ ਨੇ ਆਪਣੀ ਕਰ ਲਈ ਸੀ। ਅਤੇ ਇਸ ਤੋਂ ਬਾਅਦ 7 ਮਈ 1945 ਨੂੰ ਜਰਮਨੀ ਨੇ ਬਿਨਾਂ ਕਿਸੇ ਸ਼ਰਤ ਦੇ ਆਤਮ ਸਮਰਪਣ ਆ ਜਿਹੜਾ ਕਰ ਦਿੱਤਾ, ਕਿਉਂਕਿ ਜਦੋਂ ਉਹਨਾਂ ਦਾ ਆਪਾਂ ਕਹੀਏ ਮੁਖੀ ਹਿਟਲਰ ਹੀ ਨਾ ਰਿਹਾ ਹੈ ਨਾ, ਜਿਹੜਾ ਕਿ ਯੁੱਧ ਕਰਵਾ ਰਿਹਾ ਸੀ, ਜਿੱਤਾਂ ਪ੍ਰਾਪਤ ਕਰ ਰਿਹਾ ਸੀ, ਤਾਂ ਉਸਨੇ ਜਰਮਨੀ ਨੇ 7 ਮਈ 1945 ਨੂੰ ਜਰਮਨੀ ਬਿਨਾਂ ਕਿਸੇ ਸ਼ਰਤ ਦੇ ਸਮਰਪਣ ਕਰ ਦਿੱਤਾ। ਅਤੇ 9 ਮਈ 1945 ਨੂੰ 12 ਵਜੇ ਦੁਪਹਿਰ ਯੂਰਪ ਜਿਹੜਾ ਯੁੱਧ ਸਮਾਪਤ ਹੋ ਜਾਂਦਾ। ਹੁਣ ਇੱਥੇ ਯੁੱਧ ਆਪਾਂ ਕਹਤਾ ਵੀ ਸਮਾਪਤ ਹੋ ਗਿਆ ਯੂਰਪ ਦੇ ਵਿੱਚ, ਪਰ ਆਪਾਂ ਪੜ੍ਹਦੇ ਆਏ ਹਾਂ ਕਿ ਜਿਹੜਾ ਅਮਰੀਕਾ ਸੀ ਉਹਨੇ 2 ਬੰਬ ਸੁੱਟਦੇ ਸੀ ਪਰਮਾਣੂ ਹੈ ਨਾ, ਨਾਗਾਸਾਕੀ ਅਤੇ ਹੀਰੋਸ਼ੀਮਾ ਦੇ ਉੱਪਰ, ਜਾਪਾਨ ਦੇ 2 ਇਲਾਕਿਆਂ ਦੇ ਉੱਪਰ। ਉਹ ਕਿਉਂ ਛੁੱਟੇ ਸੀ ਜਦੋਂ ਯੁੱਧ ਹੀ ਖਤਮ ਹੋ ਚੁੱਕਿਆ ਸੀ?
ਤਾਂ ਜਿਹੜਾ ਹੁਣ ਇੱਥੇ ਜਦੋਂ ਯੁੱਧ ਖਤਮ ਹੋ ਗਿਆ ਹੈ ਨਾ, ਜਾਪਾਨ ਦਾ ਆਤਮ ਸਮਰਪਣ ਹੋ ਗਿਆ, ਆਪੇ ਪਹਿਲਾਂ ਕਰ ਹੀ ਲੈਂਦੇ ਹਾਂ। ਜਰਮਨੀ ਦੀ ਹਾਰ ਦੇ ਬਾਅਦ ਏਸ਼ੀਆ ਵਿੱਚ ਲੜਾਈ 3 ਮਹੀਨੇ ਤੱਕ ਜਾਰੀ ਰਹੀ ਸੀ। ਜਦੋਂ ਜਰਮਨੀ ਨੇ ਮਤਲਬ ਹਾਰ ਗਿਆ, ਜਰਮਨੀ ਉਹਨੇ ਆਤਮ ਸਮਰਪਣ ਕਰਤਾ, ਫਿਰ ਵੀ ਏਸ਼ੀਆ ਦੇ ਵਿੱਚ ਜਿਹੜੀ ਇਹ ਲੜਾਈ ਹੈ 3 ਮਹੀਨੇ ਤੱਕ ਜਾਰੀ ਰਹੀ। ਕਾਫੀ ਧੱਕਿਆਂ ਦੇ ਬਾਵਜੂਦ ਵੀ ਜਾਪਾਨ ਦਾ ਜਿਹੜਾ ਚੀਨ ਦੇ ਕਾਫੀ ਹਿੱਸੇ 'ਤੇ ਕਬਜ਼ਾ ਰਿਹਾ, ਫਿਰ ਵੀ ਜਾਪਾਨ ਦਾ ਕਾਫੀ ਹਿੱਸੇ 'ਤੇ ਆਪਾਂ ਕਹੀਏ ਕਬਜ਼ਾ ਰਿਹਾ। ਜਰਮਨੀ ਵੀ ਹਾਰ ਗਿਆ, ਜਾਪਾਨ ਵੀ ਹਾਰ ਗਿਆ ਨਾ। ਅਤੇ 3 ਅਗਸਤ 1945 ਨੂੰ ਜਾਪਾਨ ਦੇ ਨਗਰ, ਰੁਕੋ ਇੱਥੋਂ ਮੈਂ ਤੁਹਾਨੂੰ ਬਾਅਦ 'ਚ ਕਰਾਉਂਦੀ ਹਾਂ, ਪਰ ਮੈਂ ਤੁਹਾਨੂੰ ਦੱਸਦਾ ਵੀ ਰੀਜ਼ਨ ਕੀ ਸੀਗਾ ਵੀ ਜਿਹੜੇ ਬੰਬ ਸੁੱਟਣੇ ਚਾਹੁੰਦਾ ਸੀਗਾ ਅਮਰੀਕਾ ਦੇ ਵਿੱਚ ਇਹ ਬੰਬ ਕਿੱਥੋਂ ਆਈ। ਹੁਣ ਇੱਕ ਕੰਟਰੀ ਹੈ ਜਿਹੜੀ ਇੱਕੋ ਦਮ ਪਰਮਾਣੂ ਬੰਬ ਨਹੀਂ ਬਣਾ ਸਕਦੀ, ਤਾਂ ਜਿਹੜੇ ਪਰਮਾਣੂ ਬੰਬ ਸੀ ਇਹ ਬਣਾਏ ਗਏ ਸੀਗੇ ਵੱਖ-ਵੱਖ ਦੇਸ਼ਾਂ ਤੋਂ ਭੱਜੇ ਹੋਏ ਜਿਹੜੇ ਲੋਕ ਸੀ, ਅਤੇ ਉਹ ਜਿਹੜੇ ਭੱਜ ਕੇ ਲੋਕ ਯੁੱਧ ਦੇ ਦੌਰਾਨ ਅਮਰੀਕਾ ਪਹੁੰਚੇ ਸੀ, ਜਾਂ ਫਿਰ ਜਿਹੜੇ ਵੱਖ-ਵੱਖ ਕੰਟਰੀਆਂ ਦੇ ਵਿਗਿਆਨੀ ਸੀ, ਇਹਨਾਂ ਨੇ ਸਾਰਿਆਂ ਨੇ ਰਲ ਕੇ ਹੀ ਜਿਹੜੇ ਪਰਮਾਣੂ ਬੰਬ ਆ ਉਹਨਾਂ ਨੂੰ ਬਣਾਇਆ ਸੀਗਾ। ਪਰ ਜਿਹੜਾ ਅਮਰੀਕਾ ਸੀ ਉਸ ਸਮੇਂ ਇੱਕ ਸ਼ਕਤੀਸ਼ਾਲੀ ਦੇਸ਼ ਬਣ ਚੁੱਕਿਆ ਸੀ, ਅਤੇ ਸਭ ਤੋਂ ਵੱਧ ਸ਼ਕਤੀਸ਼ਾਲੀ ਹੋਣ ਦੇ ਬਾਅਦ ਕਾਰਨ ਹੀ ਉਸਨੂੰ ਇਹ ਸੀ ਕਿ ਮੈਂ ਸੁਪਰ ਪਾਵਰ ਬਣਾ, ਹੈ ਨਾ, ਅਤੇ ਸਾਰੀਆਂ ਕੰਟਰੀਆਂ ਉਸ ਦੇ ਅਧੀਨ ਹੋਣ। ਤਾਂ ਉਸਨੇ ਬਹੁਤ ਜ਼ਿਆਦਾ ਆਪਾਂ ਕਹਿ ਦਈਏ ਪ੍ਰੈਸ਼ਰ ਪਾਇਆ ਗਿਆ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਦੇ ਦੁਆਰਾ। ਮਿੱਤਰ ਦੇਸ਼ਾਂ ਨੇ ਉਸਨੂੰ ਕਿਹਾ ਅਤੇ ਵਿਗਿਆਨੀਆਂ ਨੇ ਕਿਹਾ ਕਿ ਬਹੁਤ ਜ਼ਿਆਦਾ ਮਾਰੂ ਸਾਬਤ ਹੋ ਸਕਦੀ ਆ। ਪਰ ਜਿਹੜਾ ਅਮਰੀਕਾ ਸੀ ਆਪ ਦੀ ਸ਼ਕਤੀ ਨੂੰ ਆਪਾਂ ਕਹਿ ਦਈਏ ਪ੍ਰਭੂਤਵ ਬਣਾਈ ਰੱਖਣ ਦੇ ਲਈ ਉਸਨੇ ਜਿਹੜੇ ਇਹ ਬੰਬ ਆ ਜਾਣ ਬੁੱਝ ਕੇ ਛੁੱਟੇ ਸੀ, ਅਤੇ ਇਹਨਾਂ ਦੀ ਵਰਤੋਂ ਕੀਤੀ ਸੀ ਤਾਂ ਜੋ ਜਿਹੜੇ ਵੱਖ-ਵੱਖ ਦੇਸ਼ ਆ ਉਸ ਦੀ ਸ਼ਕਤੀ ਤੋਂ ਡਰ ਜਾਣ ਅਤੇ ਉਹਦੀ ਅਧੀਨਤਾ ਸਵੀਕਾਰ ਕਰ ਲੈਣ। ਸੋ ਇਸ ਨੂੰ ਦੇਖਦੇ ਹੋਏ ਤਾਂ ਯੁੱਧ ਖਤਮ ਹੋ ਜਾਣ ਦੇ ਬਾਵਜੂਦ ਵੀ ਅਮਰੀਕਾ ਨੇ 6 ਅਗਸਤ 1945 ਨੂੰ ਇੱਕ ਜਾਪਾਨ ਦਾ ਨਗਰ ਸੀ ਹੀਰੋਸ਼ੀਮਾ ਉਸ ਉੱਪਰ, ਅਤੇ 9 ਅਗਸਤ 1945 ਨੂੰ ਨਾਗਾਸਾਕੀ ਜਿਹੜਾ ਜਾਪਾਨ ਦਾ ਨਗਰ ਸੀ ਇਹਨਾਂ ਉੱਤੇ ਪਰਮਾਣੂ ਬੰਬ ਆ ਜਿਹੜੇ ਸੁੱਟ ਦਿੱਤੇ। ਅਤੇ ਇਸ ਦਾ ਇੰਨਾ ਜ਼ਿਆਦਾ ਨੁਕਸਾਨ ਹੋਇਆ ਇਸ ਦੇ ਨਾਲ ਕਿ ਜਿਹੜੇ ਸ਼ਹਿਰ ਆ, ਦੋਨੇ ਜਿਹੜੇ ਨਗਰ ਆ ਬਿਲਕੁਲ ਹੀ ਨਸ਼ਟ ਹੋ ਗਏ, ਅਤੇ ਜਿਹੜੇ ਇੱਥੋਂ ਦੇ ਲੋਕ ਆ, ਅਤੇ ਕਈ ਪਿਕਚਰਸ ਵੀ ਆਪਾਂ ਦੇਖ ਸਕਦੇ ਹਾਂ ਇੰਟਰਨੈਟ 'ਤੇ ਕਿ ਜਿਹੜੇ ਲੋਕ ਆ ਉਹ ਇਸ ਤਰ੍ਹਾਂ ਲੱਗ ਰਿਹਾ ਕਿ ਜਿਵੇਂ ਸਕੈਲਟਨ ਆ ਜਿਹੜੇ ਤੁਰੇ ਫਿਰਦੇ ਆ, ਇਸ ਤਰ੍ਹਾਂ ਉਹਨਾਂ ਦੀ ਜਿਹੜੀ ਚਮੜੀ ਆ ਜਿਹੜੀ ਝੁਲਸ ਗਈ ਸੀ, ਇੱਕ ਹੱਡੀਆਂ ਦਾ ਆਪਾਂ ਕਹਿ ਦਈਏ ਢਾਂਚਾ ਬਣ ਕੇ ਰਹਿ ਗਏ ਸੀ। ਅਤੇ ਉਸ ਦਾ ਇਫੈਕਟ ਆ ਜੇਕਰ ਹੁਣ ਵੀ ਉੱਥੇ ਕੋਈ ਨੇੜੇ ਤੇੜੇ ਦੇ ਇਲਾਕੇ ਦੇ ਵਿੱਚ ਕੋਈ ਬੱਚਾ ਜਿਹੜਾ ਉਹਦਾ ਬਰਥ ਹੁੰਦਾ ਤਾਂ ਉਹਦੇ ਉੱਪਰ ਆਪਾਂ ਸਕਿਨ ਪ੍ਰੋਬਲਮਸ ਦੇਖ ਸਕਦੇ ਹਾਂ ਕਿ ਇਸ ਦਾ ਇੰਨੇ ਜ਼ਿਆਦਾ ਇਹ ਮਾਰੂ ਸਾਬਤ ਹੋਏ ਸੀ। ਸੋਵੀਅਤ ਸੰਘ ਜਾਪਾਨ ਦੇ ਖਿਲਾਫ ਦੀ ਜਿਹੜੀ ਯੁੱਧ ਦੀ ਘੋਸ਼ਣਾ ਕਰਕੇ ਮਨਚੂਰੀਆ ਕੋਰੀਆ ਵਿੱਚ ਜਾਪਾਨੀ ਸੈਨਾ ਦੇ ਖਿਲਾਫ ਕਾਰਵਾਈਆਂ ਆਰੰਭ ਕਰ ਦਿੱਤੀਆਂ। 14 ਅਗਸਤ ਨੂੰ ਜਿਹੜਾ ਜਾਪਾਨ ਆ ਉਹਨੇ ਵੀ ਆਤਮ ਸਮਰਪਣ ਆ ਜਿਹੜਾ ਕਰ ਦਿੱਤਾ, ਕਿਉਂਕਿ ਉਸ ਤੋਂ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ, 2 ਸ਼ਹਿਰ ਤਾਂ ਉਹਦੇ ਨਸ਼ਟ ਹੀ ਹੋ ਚੁੱਕੇ ਸੀਗੇ। ਤਾਂ ਇਸ ਤਰ੍ਹਾਂ ਜਿਹੜਾ ਇਹ ਯੁੱਧ ਆ ਚੱਲਿਆ, ਅਤੇ ਜਿਹਦੇ ਵਿੱਚ ਜਾਪਾਨ ਜਰਮਨ ਨੂੰ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਆ ਜਿਹੜਾ ਝੱਲਣਾ ਪਿਆ। ਇਸ ਤੋਂ ਬਿਨਾਂ ਸੋਵੀਅਤ ਸੰਘ ਨੂੰ ਵੀ ਝੱਲਣਾ ਪਿਆ ਸੀ, ਕਿਉਂਕਿ ਉਸ ਨੇ ਬਹੁਤ ਜ਼ਿਆਦਾ ਸ਼ਕਤੀ ਦਾ ਪ੍ਰਯੋਗ ਇਹਦੇ ਵਿੱਚ ਕਰ ਦਿੱਤਾ ਸੀ। ਯੁੱਧ ਦੇ ਵਿੱਚ ਹੁਣ ਬਰਬਾਦੀ ਕੀ ਹੋਈ ਸੀ। ਸਭ ਤੋਂ ਵੱਧ ਵਿਨਾਸ਼ਕਾਰੀ ਜਿਹੜਾ ਯੁੱਧ ਆ ਉਹ ਦੂਸਰਾ ਵਿਸ਼ਵ ਯੁੱਧ ਰਿਹਾ, ਕਿਉਂਕਿ ਇਸ ਦੇ ਵਿੱਚ ਪਰਮਾਣੂ ਬੰਬਾਂ ਹਥਿਆਰਾਂ ਦੀ ਅਤੇ ਵੱਖ-ਵੱਖ ਤਰ੍ਹਾਂ ਦੇ ਹਥਿਆਰਾਂ ਦੀ ਵਰਤੋਂ ਕੀਤੀ ਗਈ ਸੀ। ਨੰਬਰ 2, ਯਹੂਦੀਆਂ ਵਿਰੁੱਧ ਨਾਜ਼ੀਆਂ ਦੀ ਘ੍ਰਿਣਾ ਦੇਖੀ ਗਈ। ਹੁਣ ਇਹ ਯਹੂਦੀ ਕੌਣ ਸੀਗੇ? ਜਿਹੜਾ ਹਿਟਲਰ ਸੀ ਉਹ ਆਪਣੇ ਆਪ ਨੂੰ ਇੱਕ ਆਰੀਅਨ ਦੀ ਸੰਤਾਨ ਮੰਨਦਾ ਸੀ ਅਤੇ ਸਭ ਤੋਂ ਸ੍ਰੇਸ਼ਟ ਮੰਨਦਾ ਸੀ, ਅਤੇ ਜਿਹੜੇ ਯਹੂਦੀ ਸੀ ਮਤਲਬ ਨਿਮਨ ਸ਼੍ਰੇਣੀ ਦੇ ਲੋਕ ਸੀ ਉਹਨਾਂ ਨੂੰ ਯਹੂਦੀ ਕਹਿੰਦੇ ਸੀਗੇ ਉਹ, ਅਤੇ ਉਹਨਾਂ ਦੇ ਨਾਲ ਬਹੁਤ ਘਟੀਆ ਵਿਵਹਾਰ ਕੀਤਾ ਜਾਂਦਾ ਸੀ। ਜਰਮਨੀ ਵਿੱਚ ਅਤੇ ਜਰਮਨੀ ਕਬਜ਼ੇ ਵਿੱਚ ਯੂਰਪੀਅਨ ਇਲਾਕਿਆਂ ਦੇ ਯੁੱਧ ਤੋਂ ਪਹਿਲਾਂ ਵੀ ਅਤੇ ਯੁੱਧ ਤੋਂ ਬਾਅਦ ਵੀ ਆਪਾਂ ਕਹੀਏ ਹੈ ਨਾ, ਜਦੋਂ ਉਹਨਾਂ ਨੇ ਯੂਰਪੀਅਨ ਨੇ ਕਬਜ਼ਾ ਕੀਤਾ ਉਹਨਾਂ ਦੇ ਉੱਪਰ ਦੇ ਵਿੱਚ ਜਿਹੜੇ ਯਹੂਦੀ ਸੀਗੇ ਉਹਨਾਂ ਨੂੰ ਕੀ ਕਰਦੇ ਸੀਗੇ, ਜਰਮਨੀ ਲੋਕ ਪਕੜ ਲੈਂਦੇ ਸੀਗੇ ਹੈ ਨਾ, ਪਕੜ ਕੇ ਜਾਂ ਤਾਂ ਕਿਸੇ ਛੋਟੇ ਜਿਹੇ ਕਮਰੇ ਬਣਾਏ ਹੁੰਦੇ ਸੀ ਜਿਹਦੇ ਵਿੱਚ ਉਹਨਾਂ ਨੂੰ ਬੰਦ ਕਰ ਦਿੰਦੇ ਸੀ ਅਤੇ ਉੱਥੇ ਉਹ ਮਰ ਜਾਂਦੇ ਸੀ ਜਿੰਦਾ ਹੀ। ਅਤੇ ਜਿਹਦੇ ਵਿੱਚ 60 ਲੱਖ ਦੇ ਤਕਰੀਬਨ ਯਹੂਦੀ ਆ ਜਿਹੜੇ ਮਾਰੇ ਗਏ ਸੀ। ਇਸ ਤਰ੍ਹਾਂ 60 ਜਿਹੜੇ ਲੱਖਾਂ ਲੋਕ ਸੀ ਉਹ ਯਾਤਰਾ ਸਥਾਨਾਂ 'ਤੇ ਭੇਜ ਮਾਰਤੇ ਉਹਨਾਂ ਨੇ ਵੀ, ਤੁਸੀਂ ਯਹੂਦੀਆਂ ਨੂੰ ਕਹਿੰਦੇ ਸੀ ਤੁਸੀਂ ਯਾਤਰਾ ਕਰਨ ਜਾਓ ਹੈ ਨਾ। ਅਤੇ ਉਸ ਤੋਂ ਬਿਨਾਂ ਜਿਹੜੇ ਕੈਦੀ ਕੁਛ ਯਹੂਦੀ ਸੀਗੇ, ਬਹੁਤ ਜ਼ਿਆਦਾ ਯਹੂਦੀ ਇਹਨਾਂ ਨੇ ਕੈਦੀ ਬਣਾ ਲਏ ਸੀ, ਬੰਦੀ ਬਣਾ ਲਏ ਸੀਗੇ ਜਿਹੜੇ ਹਿਟਲਰ ਵਰਗੇ ਸੀ। ਤਾਂ ਉਹਨਾਂ ਨੂੰ ਸਮੂਹਿਕ ਕਬਰਾਂ ਕਹਿੰਦੇ ਸੀ ਵੀ ਤੁਸੀਂ ਸਮੂਹਿਕ ਕਬਰ ਬਣਾਓ, ਮਤਲਬ ਕਿ ਇਕੱਠੀ ਕਬਰ ਬਣਾਓ ਜਿਹਦੇ ਵਿੱਚ ਬਹੁਤ ਸਾਰੇ ਯਹੂਦੀਆਂ ਨੂੰ ਇਕੱਠਿਆਂ ਨੂੰ ਜਾਂ ਤਾਂ ਜਿੰਦਾ ਦਫਨਾ ਦਿੰਦੇ ਸੀ ਜਾਂ ਫਿਰ ਉਹਨਾਂ ਨੇ ਗੋਲੀ ਮਾਰ ਕੇ ਜਿਹੜਾ ਦਫਨਾ ਦਿੱਤਾ ਜਾਂਦਾ ਸੀਗਾ। ਇਸ ਤਰ੍ਹਾਂ ਮਤਲਬ ਕਿ ਵਿਵਹਾਰ ਕੀਤਾ ਜਾਂਦਾ ਸੀਗਾ ਜਰਮਨ ਦੇ ਵਿੱਚ ਜਿਹੜੇ ਯਹੂਦੀ ਲੋਕ ਸੀ, ਨਿਮਨ ਸ਼੍ਰੇਣੀ ਦੇ ਲੋਕ ਸੀ, ਉਹਨਾਂ ਦੇ ਨਾਲ ਹਿਟਲਰ ਦੇ ਦੁਆਰਾ। ਫਿਰ ਇਸ ਦਰਿੰਦਗੀ ਦਾ ਪਤਾ ਜਰਮਨੀ ਜਦੋਂ ਹਾਰ ਜਾਂਦਾ ਗਾ ਹੈ ਨਾ, ਉਸ ਤੋਂ ਬਾਅਦ ਪਤਾ ਲੱਗਦਾ ਸਮੂਹਿਕ
ਕਿਉਂਕਿ ਉਸ ਸਮੇਂ ਸਮੂਹਿਕ ਹੱਤਿਅਕ ਵਾਲੀਆਂ ਜਿਹੜੀਆਂ ਸਥਾਨਾਂ ਸੀ ਉਹ ਲੱਭੀਆਂ ਗਈਆਂ। 5 ਕਰੋੜ ਤੋਂ ਵੱਧ ਲੋਕ ਆ ਜਿਹੜੇ ਮੌਤ ਦੇ ਘਾਟ ਉਤਾਰ ਦਿੱਤੇ ਗਏ। ਇੱਥੇ ਜਿਹੜਾ ਆਹ ਪੁਆਇੰਟ ਨੂੰ ਮੈਂ ਥੋੜ੍ਹਾ ਜਿਹਾ ਐਕਸਪਲੇਨ ਕਰਦਾ। ਇਸ ਦੇ ਵਿੱਚ ਸੀ ਕਿ ਜਦੋਂ ਕਹਿੰਦੇ ਜਦੋਂ ਇਹਨਾਂ ਨੇ ਸਥਾਨ ਲੱਭੇ, ਯੁੱਧ ਹੋ ਚੁੱਕਿਆ ਸੀ ਅਤੇ ਉਸ ਤੋਂ ਬਾਅਦ ਜਦੋਂ ਜਰਮਨੀ ਦੇ ਅੰਦਰ ਬਾਕੀ ਜਿਹੜੀਆਂ ਕੰਟਰੀਆਂ ਸੀ ਅਮਰੀਕਾ ਵਰਗੇ ਦਾ ਕਬਜ਼ਾ ਹੋ ਚੁੱਕਿਆ ਸੀ, ਤਾਂ ਉਹਨਾਂ ਨੂੰ ਕੁਝ ਅਜਿਹੇ ਕਾਰਖਾਨੇ ਵੀ ਮਿਲੇ ਜਿੱਥੇ ਜਿਹੜਾ ਮਨੁੱਖ ਸੀਗੇ ਜਦੋਂ ਉਹਨਾਂ ਦੀ ਹੱਤਿਆ ਕਰ ਦਿੱਤੀ ਜਾਂਦੀ ਸੀ ਯਹੂਦੀਆਂ ਦੀ, ਤਾਂ ਉਹਨਾਂ ਦਾ ਜਿਹੜੇ ਚਮੜੀ ਸੀਗੀ ਉਹ ਉਤਾਰ ਕੇ ਤੋਂ ਚੀਜ਼ਾਂ ਬਣਾਈਆਂ ਜਾਂਦੀਆਂ ਸੀ। ਇਸ ਤੋਂ ਬਿਨਾਂ ਜਿਹੜੇ ਉਹਨਾਂ ਦੀਆਂ ਹੱਡੀਆਂ ਸੀਗੀਆਂ, ਕਿਉਂਕਿ ਬਹੁਤ ਗਿਣਤੀ ਵਿੱਚ ਮਾਰੇ ਗਏ ਸੀਗੇ ਯਹੂਦੀ, ਤਾਂ ਉਹ ਇੰਨੀਆਂ ਹੱਡੀਆਂ ਨੂੰ ਕਿੱਥੇ ਡਿਸਪੋਜ਼ ਕਰਦੇ ਆ ਨਾ, ਤਾਂ ਉਹਨਾਂ ਦਾ ਵੀ ਉਹ ਕੁਛ ਨਾ ਕੁਛ ਮਟੀਰੀਅਲ ਆ ਜਿਹੜੀਆਂ ਕੋਈ ਵਸਤਾਂ ਹੈਗੀਆਂ ਆਪਾਂ ਕਹਿ ਲਈਏ ਤਿਆਰ ਕਰ ਲੈਂਦੇ ਸੀਗੇ। ਤਾਂ ਕਾਰਖਾਨੇ ਵੀ ਅਜਿਹੇ ਸੀਗੇ ਜਿੱਥੇ ਮਨੁੱਖਾਂ ਦੀ ਚਮੜੇ ਅਤੇ ਹੱਡੀਆਂ ਤੋਂ ਚੀਜ਼ਾਂ ਬਣਦੀਆਂ ਸੀ ਹਿਟਲਰ ਦੇ ਦੌਰਾਨ। ਅਤੇ ਇਸ ਯੁੱਧ ਦੇ ਵਿੱਚ ਜਿਹੜੀ ਗਿਣਤੀ ਮਰਨ ਵਾਲੇ ਸੀ ਆਪਾਂ ਕਹਿ ਦਈਏ ਆਮ ਲੋਕ ਮਰੇ ਸੀ ਜਿਹੜੇ, ਉਹ 5 ਕਰੋੜ ਤੋਂ ਵੱਧ ਮਰ ਗਏ ਸੀ। ਅਤੇ ਇੱਕ ਅਜਿਹਾ ਯੁੱਧ ਸੀਗਾ ਦੁਨੀਆ ਦਾ ਜਿਹਦੇ ਵਿੱਚ ਆਮ ਲੋਕ ਵੀ ਮਾਰੇ ਗਏ ਸੀ, ਕਿਉਂਕਿ ਵੈਸੇ ਸੈਨਿਕ ਮਾਰੇ ਜਾਂਦੇ ਹੁੰਦੇ ਆ ਯੁੱਧਾਂ ਦੇ ਵਿੱਚ, ਪਰ ਇਸ ਦੇ ਵਿੱਚ ਆਮ ਲੋਕ ਮਾਰੇ ਗਏ। ਆਪਾਂ ਨੂੰ ਪਤਾ ਹੈ ਕਿ ਜਾਪਾਨ ਦੇ ਉੱਪਰ ਕਿਸ ਤਰ੍ਹਾਂ ਉਹਨਾਂ ਨੇ ਹਮਲਾ ਕੀਤਾ ਅਤੇ ਬੰਬ ਸੁੱਟੇ। ਇਸ ਤੋਂ ਇਲਾਵਾ ਜਿਹੜੇ ਲੋਕ ਸੀ ਉਹਨਾਂ ਨੂੰ ਯਾਤਰਾ 'ਤੇ ਭੇਜਿਆ ਗਿਆ ਅਤੇ ਯਹੂਦੀਆਂ ਨੂੰ ਬਹੁਤ ਗਿਣਤੀ ਦੇ ਵਿੱਚ ਮਾਰਿਆ ਗਿਆ, ਜਿਸ ਦੇ ਕਾਰਨ 5 ਕਰੋੜ ਦੇ ਲਗਭਗ ਜਿਹੜੇ ਆਮ ਲੋਕ ਹੀ ਮਾਰ ਦਿੱਤੇ ਗਏ ਅਤੇ 22 ਕਰੋੜ ਸੈਨਿਕ ਅਤੇ 2.8 ਕਰੋੜ ਅਧਿਕ ਜਿਹੜੇ ਨਾਗਰਿਕ ਇਹਦੇ ਵਿੱਚ ਸ਼ਾਮਲ ਸੀਗੇ। ਸੋਵੀਅਤ ਸੰਘ ਦਾ ਭਿਆਨਕ ਨੁਕਸਾਨ ਹੋਇਆ, 22 ਲੋਕ ਮਾਰੇ। ਆਬਾਦੀ ਦਾ ਜਿਹੜਾ 10ਵਾਂ ਹਿੱਸਾ ਸੀਗਾ ਸੋਵੀਅਤ ਸੰਘ ਦਾ ਮਾਰੇ ਗਿਆ ਸੀ, ਭਾਵੇਂ ਇਸ ਦੇ ਕੋਲ ਬਹੁਤ ਜ਼ਿਆਦਾ ਸ਼ਕਤੀ ਸੀ। 60 ਲੱਖ ਆ ਜਿਹੜੇ ਲੋਕ ਉਹ ਜਰਮਨੀ ਦੇ ਮਾਰੇ ਗਏ। ਕੁੱਲ ਲਾਗਤ ਜੇ ਆਪਾਂ ਦੇਖੀਏ ਕਿ ਇਸ ਦੇ ਉੱਪਰ ਖਰਚਾ ਕਿੰਨਾ ਆਇਆ ਸੀ, ਇਸ ਯੁੱਧ ਦੇ ਉੱਪਰ ਕਿੰਨਾ ਖਰਚਾ ਆਇਆ ਸੀ, ਤਾਂ ਜੀ ਉਹ ਆਇਆ ਸੀ 13 ਖਰਬ 84 ਅਰਬ 90 ਕਰੋੜ ਡਾਲਰ। ਅਤੇ ਇਸ ਨੂੰ ਧਿਆਨ ਨਾਲ ਯਾਦ ਕਰ ਲਿਓ, 13 ਖਰਬ 84 ਅਰਬ 90 ਕਰੋੜ ਡਾਲਰ ਦੀ ਜਿਹੜੀ ਲਾਗਤ ਦਾ ਖਰਚਾ ਆਇਆ ਸੀ ਇਸ ਯੁੱਧ ਉੱਪਰ। ਨਵੇਂ ਹਥਿਆਰਾਂ ਦੀ ਵਰਤੋਂ ਕੀਤੀ ਗਈ। ਪਰਮਾਣੂ ਜਿਹੜੇ ਬੰਬ ਸੀ ਉਹਨਾਂ ਦਾ ਵਿਕਾਸ ਕੀਤਾ ਗਿਆ। ਬੰਬਾਂ ਨਾਲ ਜਿਹੜੇ 3,20,000 ਜਿਹੜੇ ਲੋਕ ਆ ਉਹ ਤਤਕਾਲ ਮਾਰੇ ਗਏ। ਉਸੇ ਟਾਈਮ ਹੀ ਆਪਾਂ ਕਹੀਏ ਉੱਥੇ ਨਾਲ ਦੀ ਨਾਲ ਮਰ ਗਏ, ਅਤੇ ਬਾਕੀ ਜਿਹੜੇ ਲੋਕ ਸੀ ਉਹ ਝੁਲਸ ਗਏ, ਹੈ ਨਾ। ਆਪਾਂ ਵੱਖ ਤਰ੍ਹਾਂ ਦੀਆਂ ਜਿਹੜੀਆਂ ਪਿਕਸ ਵੀ ਦੇਖਦੇ ਆਂਗੇ। ਅਨੇਕਾਂ ਵਿਗਿਆਨੀਆਂ ਨੇ ਇਸ ਦੀ ਨਿੰਦਿਆ ਕੀਤੀ ਸੀ ਕਿ ਇਸ ਨੇ ਅਮਰੀਕਾ ਨੇ ਕਿਉਂ ਸੁੱਟੇ ਸੀ ਬੰਬ, ਅਤੇ ਉਹ ਜਿਹੜੇ ਬੰਬ ਸੀ ਜੀ ਉਹਨਾਂ ਦਾ ਨਾਮ ਸੀ ਲਿਟਲ ਬੋਏ ਅਤੇ ਸਮਾਈਲਿੰਗ ਬੁੱਧਾ। ਇਹਨਾਂ ਨੂੰ ਵੀ ਕਈ ਵਾਰ ਪੁੱਛ ਲੈਂਦੇ ਆ, ਤੇ ਸੋ ਧਿਆਨ ਨਾਲ ਯਾਦ ਕਰ ਲੈਣਾ। ਸੋ ਆਪਾਂ ਹੁਣ ਥੋੜ੍ਹਾ ਜਿਹਾ ਸਾਰ ਦੇਖ ਲਈਏ ਇਸ ਦਾ। ਸ਼ੁਰੂਆਤ ਜਿਹੜੀ ਆਪਾਂ ਕਹਿ ਦਈਏ 1 ਸਤੰਬਰ 1939 ਤੋਂ 2 ਸਤੰਬਰ ਅਤੇ 1945 ਤੱਕ ਜਿਹੜਾ ਇਹ ਯੁੱਧ ਚੱਲਿਆ। 6 ਸਾਲ 1 ਦਿਨ। ਮਿੱਤਰ ਰਾਸ਼ਟਰ ਸੀ ਇੰਗਲੈਂਡ, ਫਰਾਂਸ, ਚੀਨ, ਪੋਲੈਂਡ, ਅਮਰੀਕਾ, ਸੋਵੀਅਤ ਸੰਘ, ਰੂਸ, ਇਹ ਮੁੱਖ ਸੀਗੇ। ਧੁਰੀ ਰਾਸ਼ਟਰ ਜਰਮਨੀ, ਇਟਲੀ, ਜਾਪਾਨ। ਸੋ ਇਸ ਦੇ ਨਾਲ ਹੀ ਆਪਣਾ ਜਿਹੜਾ ਦੂਸਰਾ ਵਿਸ਼ਵ ਯੁੱਧ ਆ ਉਹ ਇੱਥੇ ਹੀ ਸਮਾਪਤ ਕਰਦੇ ਹਾਂ ਆਪਾਂ। ਅਗਰ ਜੇਕਰ ਕੋਈ ਵੀ ਕੁਐਸਚਨ ਰਹਿ ਗਿਆ ਹੋਵੇ ਤਾਂ ਪਲੀਜ਼ ਉਹਨੂੰ ਕੌਮੈਂਟ ਬਾਕਸ ਵਿੱਚ ਜ਼ਰੂਰ ਮੈਨਸ਼ਨ ਕਰ ਦਿਆ ਕਰੋ, ਅਤੇ ਆਪਣੇ ਫਰੈਂਡਸ ਦੇ ਨਾਲ ਜ਼ਰੂਰ ਵੀਡੀਓ ਨੂੰ ਸ਼ੇਅਰ ਕਰਨਾ ਤਾਂ ਜੋ ਇਸ ਤੋਂ ਉਹ ਲਾਹਾ ਲੈ ਸਕਣ। ਅਤੇ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬ ਕਰਾਓ ਤਾਂ ਜੋ ਆਪਾਂ ਲਾਈਵ ਕਲਾਸ ਆ ਜਿਹੜੀ ਉਹ ਸਟਾਰਟ ਕਰ ਸਕੀਏ, ਕਿਉਂਕਿ ਮੇਰੇ ਕੋਲ ਇੰਨਾ ਟਾਈਮ ਨਹੀਂ ਸੀ, ਤਾਂ ਕਰਕੇ ਮੈਂ ਲੇਟ ਵੀ ਹੋ ਗਈ ਅਪਲੋਡ ਕਰਨ ਦੇ ਲਈ। ਜੇਕਰ ਲਾਈਵ ਸਟਾਰਟ ਹੋ ਜਾਵੇ ਤਾਂ ਚੈਨਲ 'ਤੇ ਫਿਰ ਬਹੁਤ ਵਧੀਆ ਕਿ ਡੇਲੀ ਦੀ ਡੇਲੀ ਕਲਾਸ ਵੀ ਹੋ ਸਕਦੀ ਆ। ਸੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ, ਤਦ ਤੱਕ ਲਈ ਧੰਨਵਾਦ।